सत श्री अकाल। न्यूज़ 18 पंजाब हरियाणा हिमाचल तुम देख रहे हो। गौरव शुक्ला मैं हाँ तुहाडे नाल ते जिसदा इंतजार सी वो समा आ चुकिया है पोल्स दे महापोल दा। न्यूज़ 18 पंजाब तुहानू दसेगा कि पोल्स की कुछ कह रहे ने, सर्वे इस समय की कुछ कह रहे ने। पंजाब दी विधान सभा चोणां नू लैके किहड़ी पार्टी चोण मैदान दे विच वड्डे मार के मार सकदी है, सर्वे की कुछ कह रहे ने, जिक्र होएगा उसदा। ਤਾਂ ਪੋਲਸ ਦਾ ਮਹਾਪੋਲ ਯਾਨੀ ਹੁਣ ਤੱਕ ਜਿਹੜੇ ਸਰਵੇ ਆਏ ਨੇ, ਜਿਹੜੇ ਪੋਲਸ ਆਏ ਨੇ, ਅਸੀਂ ਉਹਨਾਂ ਪੋਲਸ ਤੇ ਨਜ਼ਰ ਪਾਵਾਂਗੇ ਔਰ ਉਹਨਾਂ ਪੋਲਸ ਦੇ ਵਿੱਚ ਦੇਖਾਂਗੇ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ, ਕਿਹੜੀ ਪਾਰਟੀ ਨੂੰ ਵਾਧਾ ਮਿਲ ਰਿਹਾ ਔਰ ਕਿਹੜੀ ਪਾਰਟੀ ਪਿੱਛੇ ਚੱਲ ਰਹੀ ਹੈ। ਪੰਜਾਬ ਦੇ ਜਿਹੜੇ ਪੋਲਸ ਨੇ ਇੱਕ ਇੱਕ ਕਰਕੇ ਤੁਹਾਨੂੰ ਦਿਖਾਵਾਂਗੇ। ਪੰਜਾਬ ਚੋਣਾਂ ਦੇ ਵਿੱਚ ਕਿਹੜੀ ਧਿਰ ਦੀ ਸਰਕਾਰ ਬਣੇਗੀ, ਕਿਹੜੀ ਪਾਰਟੀ ਲੋਕਾਂ ਦਾ ਵਿਸ਼ਵਾਸ ਜਿੱਤਣ ਜਾ ਰਹੀ ਹੈ। ਵੱਖ-ਵੱਖ ਪੋਲਸ ਜਿਹੜੇ ਹੁਣ ਤੱਕ ਆਏ ਨੇ। बिल्कुल 14 तरीक ਨੂੰ ਪਹਿਲਾਂ ਵੋਟਾਂ ਪੈਣੀਆਂ ਸੀ, ਹੁਣ ਵੋਟਾਂ ਪੈਣੀਆਂ ਨੇ 20 ਫਰਵਰੀ ਨੂੰ। 20 ਫਰਵਰੀ ਨੂੰ ਵੋਟਾਂ, 10 ਮਾਰਚ ਨੂੰ ਨਤੀਜੇ। ਪੰਜਾਬ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦੇ ਨੇ ਉਸ ਸਮੇਂ ਪਤਾ ਲੱਗੇਗਾ, ਪਰ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗੇ ਕਿ ਸਰਵੇਸ ਕੀ ਕਹਿੰਦੇ ਨੇ। ਅਸੀਂ ਸਭ ਤੋਂ ਪਹਿਲਾਂ ਜ਼ਿਕਰ ਕਰਨ ਜਾ ਰਹੇ ਹਾਂ ABP ਨਿਊਜ਼ ਸੀ ਵੋਟਰ ਸਰਵੇ ਦਾ, ਤੇ ਇਸ ਸਰਵੇ ਦੇ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਨੇ ਉਸ ਦਾ ਜ਼ਿਕਰ ਕਰਾਂਗੇ। ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਨੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ। ਆਪ ਵੱਡੀ ਪਾਰਟੀ ABP ਸੀ ਵੋਟਰ ਦੇ ਪੋਲਸ ਦੇ ਜਿਹੜਾ ਸਰਵੇ ਸੀ ਉਸ ਦੇ ਵਿੱਚ ਦਿਖਾਈ ਗਈ ਹੈ। ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ, ਸੀਟਾਂ ਵੀ ਅਸੀਂ ਨਾਲ-ਨਾਲ ਮੈਂਸ਼ਨ ਕਰ ਰਹੇ ਹਾਂ, ਇੱਕ ਇੱਕ ਕਰਕੇ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ। ABP ਸੀ ਵੋਟਰ ਦਾ ਸਭ ਤੋਂ ਪਹਿਲਾਂ ਜਿਹੜਾ ਪੋਲ ਹੈ, ਕਾਂਗਰਸ 37 ਤੋਂ 43 ਸੀਟਾਂ ਲਿਜਾ ਰਹੀ ਹੈ ABP ਦੇ ਪੋਲ ਦੇ ਮੁਤਾਬਕ, ਔਰ ਆਪ 52 ਤੋਂ 58। 37 ਤੋਂ 43, 52 ਤੋਂ 58। ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ 17 ਤੋਂ 23 ਤੇ ਭਾਜਪਾ 1 ਤੋਂ 3। ਇਹ ਸੀਟਾਂ ਇਸ ਵੇਲੇ ਆ ਰਹੀਆਂ ਨੇ ABP ਸੀ ਵੋਟਰ ਦੇ ਮੁਤਾਬਕ। ਬਿਲਕੁਲ ABP ਸੀ ਵੋਟਰ ਦੇ ਹਿਸਾਬ ਦੇ ਨਾਲ ਸਾਫ਼ ਹੈ ਕਿ ਸਭ ਤੋਂ ਵੱਡੀ ਪਾਰਟੀ ਹੋਏਗੀ ਜੇ ਇਸ ਵੋਟਰ ਇਸ ਸਰਵੇ ਦੇ ਮੁਤਾਬਿਕ ਨਤੀਜੇ ਆਉਂਦੇ ਨੇ। ਸਭ ਤੋਂ ਵੱਡੀ ਪਾਰਟੀ ਹੋਏਗੀ ਆਮ ਆਦਮੀ ਪਾਰਟੀ, ਜੋ ਬਿਲਕੁਲ ਬਹੁਮਤ ਦੇ ਨੇੜੇ ਪਹੁੰਚਦੀ ਨਜ਼ਰ ਆ ਰਹੀ ਹੈ। ਪਰ ABP ਨਿਊਜ਼ ਸੀ ਵੋਟਰ ਦਾ ਸਰਵੇ ਇੱਕ ਚੀਜ਼ ਤਾਂ ਸਾਫ਼ ਕਰ ਰਿਹਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਪਸ਼ਟ ਤੌਰ ਦੇ ਉੱਤੇ ਜਿਹੜਾ ਬਹੁਮਤ ਹੈ ਉਹ ਮਿਲਦਾ ਹੋਇਆ ਨਜ਼ਰ ਨਹੀਂ ਆਏਗਾ। ਤਾਂ ਅਸੀਂ ਕੁਝ ਗ੍ਰਾਫਿਕਸ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਕਿਹੜੀ ਸੀਟਾਂ ਕਿਹੜੇ ਵੋਟਰ ਸਰਵੇ ਦੇ ਵੱਲੋਂ ਦਿੱਤੀਆਂ ਗਈਆਂ ਨੇ, ਕਿਹੜੀ ਪਾਰਟੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜੋ ਸ਼ੁਰੂਆਤ ਦੇ ਵਿੱਚ ਅਸੀਂ ਜ਼ਿਕਰ ਕੀਤਾ ਹੈ ਤਾਂ ABP ਨਿਊਜ਼ ਸੀ ਵੋਟਰ ਦਾ ਸਰਵੇ ਦੱਸ ਰਿਹਾ ਕਿ ਕਾਂਗਰਸ ਦੇ ਕੋਲ ਜਿਹੜੀਆਂ ਵੋਟਾਂ ਜਾਂ ਕਹੀਏ ਕਿ ਸੀਟਾਂ ਹੋਣਗੀਆਂ ਉਹ 37 ਤੋਂ 43 ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਥੋੜੀ ਜੀ ਵਧੀਆ ਸਥਿਤੀ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਸਕਦੀ ਹੈ। ਕੁਝ ਗ੍ਰਾਫਿਕ ਦੇਖਦੇ ਹਾਂ, ਇਸ ਦੇ ਜ਼ਰੀਏ ਦੇਖਣ ਨੂੰ ਮਿਲੇਗਾ ਸਾਨੂੰ ਕਿ ਆਖਿਰ ਕੀ ਕੁਝ ਕਿਹੜੀ ਪਾਰਟੀ ਦੇ ਕੋਲ ਕਿੰਨੀਆਂ ਵੋਟਾਂ ਹੋਣਗੀਆਂ। ਸਭ ਤੋਂ ਪਹਿਲਾਂ ਜੋ ਅਸੀਂ ਜ਼ਿਕਰ ਕਰ ਰਹੇ ਹਾਂ ABP ਨਿਊਜ਼ ਸੀ ਵੋਟਰ ਦਾ। ਕਾਂਗਰਸ ਪਾਰਟੀ ਗੌਰਵ ਜਿਸ ਤਰੀਕੇ ਨਾਲ ਦਿਖਾ ਰਹੇ ਆ 38 ਤੋਂ 44 ਸੀਟਾਂ ABP ਸੀ ਵੋਟਰ ਦੇ ਸਰਵੇ ਦੇ ਵਿੱਚ ਦਿਖਾ ਰਹੀ ਹੈ। ਪਰ ਆਮ ਆਦਮੀ ਪਾਰਟੀ ਨੂੰ ਵੱਡੀ ਪਾਰਟੀ ਜਿਹੜੀ ਹੈ ਉਹ ਬਣਾਇਆ ਗਿਆ। ਆਮ ਆਦਮੀ ਪਾਰਟੀ ਉਹਨਾਂ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਗਈਆਂ। ਕਾਂਗਰਸ 38 ਤੋਂ 44, ਯਾਨੀ ਕਾਂਗਰਸ ਦੀ ਪੋਜੀਸ਼ਨ ਇੰਨੀ ਮਾੜੀ ਨਹੀਂ ਹੈ, ਪਰ ਜਿਹੜੀ ਹੈ ਕਹਿੰਦੇ ਆ ਮੈਜੋਰਟੀ ਨੂੰ ਟੱਚ ਕਰਨ ਦੇ ਵਿੱਚ ਕਾਂਗਰਸ ਪਾਰਟੀ ਥੋੜੀ ਪਿੱਛੇ ਚੱਲ ਰਹੀ ਹੈ। ਲਾਜ਼ਮੀ ਤੌਰ ਤੇ ਕਾਂਗਰਸ ਦੇ ਲਈ ਇਹ ਚੁਣੌਤੀ ਹੋਏਗੀ ਕਿਉਂਕਿ ਮੌਜੂਦਾ ਸਮੇਂ ਤਾਂ ਸਰਕਾਰ ਹੈ, 80 MLA ਉਹਨਾਂ ਦੇ ਨੇ, ਬੇਸ਼ੱਕ ਉਹਦੇ ਵਿੱਚੋਂ ਕੁਝ ਛੱਡ ਕੇ ਚਲੇ ਗਏ ਹੁਣ। ਤਾਂ ਦੂਜੇ ਪਾਸੇ ਹੁਣ ਸਵਾਲ ਕੀ ਹੈ ਕਿ ਜੇਕਰ ਇਸ ਵਾਰ ਇਸ ਮੁਤਾਬਿਕ ABP ਸੀ ਵੋਟਰ ਦੇ ਹਿਸਾਬ ਦੇ ਨਾਲ ਨਤੀਜੇ ਆਉਂਦੇ ਨੇ ਤਾਂ ਫਿਰ ਤਾਂ ਬਹੁਤ ਵੱਡਾ ਡੈਂਟ ਸਾਫ਼ ਤੌਰ ਦੇ ਉੱਤੇ ਕਾਂਗਰਸ ਦੇ ਲਈ ਹੋਵੇਗਾ। ਪਰ ਇੱਕ ਹੋਰ ਬਹੁਤ ਅਹਿਮ ਹੈ ਕਿ ਜੋ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ BJP ਕਿਸ ਭੂਮਿਕਾ ਦੇ ਵਿੱਚ ਨਜ਼ਰ ਆਏਗੀ। ਤਾਂ ਸਰਵੇ ਤਾਂ ਘੱਟੋ ਘੱਟ ਇਹ ਵਾਲਾ ਸਰਵੇ ਤਾਂ ਕਹਿ ਰਿਹਾ ਕਿ ਜ਼ਿਆਦਾ ਕੋਈ ਸਟਰੋਂਗ ਪੋਜੀਸ਼ਨ ਨਹੀਂ ਹੈ। ਆਪਾਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ, ਯਾਨੀ ਮਤਲਬ BJP ਖਾਤਾ ਖੋਲਣਾ ਵੀ ਇੱਕ ਤਰੀਕੇ ਨਾਲ ਬੜਾ ਮੁਸ਼ਕਿਲ ਜਾਪ। 1 ਤੋਂ 4 ਵਿੱਚੇ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਵੀ ਹੈ, ਕੈਪਟਨ ਅਮਰਿੰਦਰ ਸਿੰਘ ਦਾ ਧੜਾ ਵੀ। ਬਿਲਕੁਲ ਜਿਹੜੇ ਵੱਡੇ ਚਿਹਰੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸੀਟ ਹੈ, ਪਰਮਿੰਦਰ ਢੀਂਡਸਾ ਦੀ ਸੀਟ ਹੈ, ਬਾਕੀ ਜਿਹੜੇ BJP ਦੇ ਵੱਡੇ ਪਲੱਸ ਹੈ। ਔਰ ਉਸੇ ਤਰ੍ਹਾਂ ਅਕਾਲੀ ਦਲ ਵੀ ਸੇਮ ਪੋਜੀਸ਼ਨ ਹੈ ਗੌਰਵ, ਅਕਾਲੀ ਦਲ ਪਲੱਸ ਹੈ, ਯਾਨੀ ਅਕਾਲੀ ਦਲ ਤੇ ਬਸਪਾ ਹੈ। ਔਰ ਉੱਥੇ ਵੀ 17 ਤੋਂ 23 ਸੀਟਾਂ ਦਿੱਤੀਆਂ ਜਾ ਰਹੀਆਂ, ਯਾਨੀ ਪਿਛਲੇ ਵਾਰ ਤਰ੍ਹਾਂ ਦੀ ਇੱਕ ਤਰੀਕੇ ਦੀ ਅਕਾਲੀ ਦਲ ਦੀ ਹਾਲਤ ABP ਸੀ ਵੋਟਰ ਦੇ ਸਰਵੇ ਦੇ ਵਿੱਚ 19 ਦਾ ਫਰਕ ਲੱਗ ਰਿਹਾ ਹੈ। ਬੇਸ਼ੱਕ ਦਾ ਥੋੜਾ ਜਿਹਾ 14 ਸੀਟਾਂ ਸੀ, 12-14 ਸੀਟਾਂ 2 BJP ਦੀਆਂ ਸੀ। ਇਸ ਵਾਰ 12 ਤੋਂ 17 ਜਾਂ 14 ਤੋਂ 23 ਸੀਟਾਂ ਜਿਹੜੀਆਂ 17 ਤੋਂ 23 ਸੀਟਾਂ ਦਿੱਤੀਆਂ ਜਾ ਰਹੀਆਂ ਅਕਾਲੀ ਦਲ ਨੂੰ, ਯਾਨੀ ਅਕਾਲੀ ਦਲ ਤੀਸਰੇ ਨੰਬਰ ਦੀ ਪਾਰਟੀ ਸ਼ੋ ਹੋ ਰਹੀ ਹੈ ABP ਨਿਊਜ਼ ਸੀ ਵੋਟਰ। ਮੌਜੂਦਾ ਸਮੇਂ ਦੇ ਵਿੱਚ ਵੀ ਸਮੀਕਰਨ ਦੇਖੀਏ ਤਾਂ ਇਹੀ ਨੇ ਕਿ BJP ਅਕਾਲੀ ਦਲ ਦਾ ਜਿਹੜਾ ਗੱਠਜੋੜ ਸੀ 2017 ਦੇ ਵਿੱਚ ਤੀਜੇ ਨੰਬਰ ਦੇ ਉੱਤੇ ਪਹੁੰਚ ਗਿਆ ਸੀ ਔਰ ਪਹਿਲੇ ਨੰਬਰ ਦੇ ਉੱਤੇ ਕਾਂਗਰਸ ਕਲੀਅਰ ਕੱਟ ਮੈਜੋਰਟੀ ਦੇ ਨਾਲ ਵਿਧਾਨ ਸਭਾ ਚੋਣਾਂ ਜਿੱਤਦੀ ਹੈ। 77 ਸੀਟਾਂ 2017 ਦੇ ਵਿੱਚ ਮਿਲੀਆਂ ਸੀ ਕਾਂਗਰਸ ਨੂੰ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾਅਵੇ ਬਹੁਤ ਸੀ ਪਰ 20 ਸੀਟਾਂ ਮਿਲੀਆਂ ਸੀ। ਅਸੀਂ ਸਰਵੇ ਤੁਹਾਨੂੰ ਦਿਖਾ ਰਹੇ ਹਾਂ ਪਰ ਸਾਫ਼ ਕਰ ਦਈਏ ਕਿ ਨਤੀਜਾ ਆਖਰ ਤੁਹਾਡੀਆਂ ਵੋਟਾਂ ਦੇ ਨਾਲ ਹੀ ਹੋਣਾ ਹੈ। ਇਹ ਤਾਂ ਸਿਰਫ ਸਰਵੇ ਨੇ, ਪਰ ਜਦੋਂ 10 ਮਾਰਚ ਦਾ ਦਿਨ ਆਏਗਾ ਉਸ ਦਿਨ ਹੀ ਪਤਾ ਲੱਗੇਗਾ ਕਿ
ਸਰਵੇਸ ਕਿੰਨੇ ਕੁ ਸਟੀਕ ਬੈਠਦੇ ਨੇ ਔਰ ਪੰਜਾਬ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਆਪਣਾ ਫੈਸਲਾ ਸੁਣਾਇਆ। ਔਰ ਵਿਜੇ ਇੱਥੇ ਇਹ ਵੀ ਆਪਾਂ ਨੂੰ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਅਜੇ ਵੋਟਾਂ ਦੇ ਵਿੱਚ ਵੀ 28-29 ਦਿਨ ਬਾਕੀ ਨੇ। ਬਿਲਕੁਲ, ਤਾਂ ਔਰ ਸਿਆਸਤ ਇਹ ਕਿਹਾ ਜਾਂਦਾ ਓਪੀਨੀਅਨ ਪੋਲਸ ਨੇ ਗੌਰਵ, ਓਪੀਨੀਅਨ ਪੋਲਸ ਨੇ ਕਿ ਮੁੱਢਲੇ ਤੌਰ ਤੇ ਲੋਕਾਂ ਦਾ ਮੂਡ ਕੀ ਹੈ। ਔਰ ਜਦੋਂ ਇਹੋ ਜਿਹਾ ਮਾਹੌਲ ਹੁੰਦਾ, ਅਰਵਿੰਦ ਕੇਜਰੀਵਾਲ ਹੋਰਾਂ ਦੀ ਕੱਲ ਆਪਾਂ ਇੰਟਰਵਿਊ ਕਰ ਰਹੇ ਸੀ, ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਜਿਹੜਾ ਮਾਹੌਲ ਹੁੰਦਾ ਉਹ ਇੱਕ ਦਿਨ ਬਦਲਦਾ ਹੈ, ਇੱਕ ਦਿਨ ਬਦਲਦਾ ਹੈ। ਕਿਸੇ ਪਾਰਟੀ ਨੂੰ ਐਂ ਲੱਗਦਾ ਕਿ ਅਸੀਂ ਅੱਜ ਸਟਰੋਂਗ ਹੈ, ਕੱਲ ਨੂੰ ਤੁਸੀਂ ਉਸ ਸਿਚੁਏਸ਼ਨ 'ਚ ਚਲੇ ਜਾਂਦੇ ਹੋ ਜਿੱਥੇ ਤੁਹਾਨੂੰ ਸੈਟਬੈਕ ਲੱਗ ਜਾਂਦੇ ਆ ਬੜੇ ਵੱਡੇ। ਔਰ ਓਪੀਨੀਅਨ ਪੋਲ ਤੋਂ ਬਾਅਦ ਹਜੇ ਐਗਜ਼ਿਟ ਪੋਲ ਵੀ ਆਉਣੇ ਆ ਵੋਟਾਂ ਤੋਂ ਬਾਅਦ। ਬਿਲਕੁਲ, ਸਮੀਕਰਨ ਕਹਿੰਦੇ ਘੰਟਿਆਂ ਦੇ ਵਿੱਚ ਬਦਲ ਜਾਂਦੇ। ਦੂਸਰਾ ਸਰਵੇ ਬਿਲਕੁਲ, ਇੰਡੀਆ ਹੈਡ ਪਲੱਸ ETG ਇਸ ਦਾ ਸਰਵੇ ਕੀ ਕੁਝ ਕਹਿੰਦਾ ਉਹ ਵੀ ਤੁਹਾਨੂੰ ਦੱਸਦੇ ਹਾਂ। ਇਸ ਦੇ ਵਿੱਚ ਖਾਸ ਇਹ ਹੈ ਕਿ ਇੰਡੀਆ ਹੈਡ ਤੇ ETG ਦੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਲੀਅਰ ਕੱਟ ਮੈਜੋਰਟੀ ਦੇ ਨਾਲ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਘੱਟੋ ਘੱਟ ਇੱਥੇ ਇਹ ਹੈ ਕਿ ਇਹ ਹੰਗ ਅਸੈਂਬਲੀ ਨਹੀਂ ਦਿਖਾ ਰਹੇ ਨੇ, ਦਿਖਾਉਂਦੇ ਆ ਕਿ ਕਿਸ ਨੂੰ ਕਿੰਨੀਆਂ ਸੀਟਾਂ ਦੇ ਰਹੀ ਹੈ ਇੰਡੀਆ ਹੈਡ ETG। ਕਾਂਗਰਸ 40 ਤੋਂ 44 ਸੀਟਾਂ ਮਿਲ ਸਕਦੀਆਂ ਨੇ, ਆਮ ਆਦਮੀ ਪਾਰਟੀ ਬਿਲਕੁਲ 59 ਸੀਟਾਂ ਬਹੁਮਤ ਦੇ ਲਈ ਹੁੰਦੀਆਂ ਨੇ, 59 ਤੋਂ 64 ਸੀਟਾਂ ਮਿਲ ਸਕਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਘੱਟ ਸੀਟਾਂ 8 ਤੋਂ 11 ਸਿਰਫ, ਔਰ ਬੀਜੇਪੀ ਕੁਝ ਸੇਮ ਤਕਰੀਬਨ ਸੇਮ 1 ਤੋਂ 2 ਸੀਟਾਂ ਇਸ ਸਰਵੇ ਦੇ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ। ਬੀਜੇਪੀ ਦੇ ਲਈ ਸਭ ਤੋਂ ਵੱਡਾ ਚੈਲੰਜ ਹੈ, ਬੀਜੇਪੀ ਇੱਕ ਤਰੀਕੇ ਨਾਲ ਇਕੱਲੇ ਤੌਰ ਤੇ ਪਹਿਲੀ ਵਾਰ ਉਤਰੀ ਹੈ ਔਰ ਇੱਕ ਨਵੀਂ ਪਾਰਟੀ ਦੇ ਤੌਰ ਤੇ ਉਤਰੀ ਆ, ਉਹ ਵੀ ਉਸ ਵੇਲੇ ਜਦੋਂ ਕਿਸਾਨ ਅੰਦੋਲਨ ਸੂਬੇ ਦੇ ਵਿੱਚ ਔਰ ਦਿੱਲੀ ਦੇ ਵਿੱਚ ਚੱਲ ਕੇ ਹਟਿਆ। ਹਾਲਾਂਕਿ ਉਸ ਦਾ ਮਸਲਾ ਹੱਲ ਹੋ ਗਿਆ, ਪਰ ਬੀਜੇਪੀ ਦੇ ਪ੍ਰਤੀ ਜਿਹੜੀ ਹਲੇ ਵੀ ਲੋਕਾਂ ਦੀ ਨਾਰਾਜ਼ਗੀ ਹੈ ਜਾਂ ਕਿਸਾਨਾਂ ਦੀ ਨਾਰਾਜ਼ਗੀ ਹੈ ਉਹ ਖਤਮ ਹੁੰਦੀ ਦਿਖਾਈ ਨਹੀਂ ਦਿੱਤੀ, ਜਿਸ ਕਰਕੇ ਇਹ ਸਰਵੇਸ ਦੇ ਵਿੱਚ ਵੀ, ਕਿਉਂਕਿ ਓਪੀਨੀਅਨ ਲੋਕਾਂ ਦੇ ਓਪੀਨੀਅਨ ਨਾਲ ਬਣਦਾ ਹੈ, ਲੋਕਾਂ ਦੀ ਸੋਚ ਕੀ ਹੈ, ਉਹਨਾਂ ਦੇ ਵਿਚਾਰ ਕੀ ਨੇ ਕਿਹੜੀ ਪਾਰਟੀ ਨੂੰ ਲੈ ਕੇ। ਸੋ ਗੌਰਵ, ਕਿਤੇ ਨਾ ਕਿਤੇ ਜਿਹੜਾ ਗੁੱਸਾ ਆਮ ਬੋਲਚਾਲ ਦੇ ਵਿੱਚ ਜਾਂ ਪਿਛਲੇ ਦਿਨੀ ਕਿਸਾਨ ਅੰਦੋਲਨ ਦੇ ਵਿੱਚ ਰਿਹਾ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਓਪੀਨੀਅਨ ਲੈਣ ਜਾਂਦੇ ਹੋ ਤਾਂ ਉਹੀ ਗੁੱਸਾ ਜਾਂ ਕਿਹੜੀ ਪਾਰਟੀ ਦੇ ਪ੍ਰਤੀ ਉਹਨਾਂ ਨੇ ਆਪਣੀ ਰੁਚੀ ਦਿਖਾਈ ਹੈ ਉਹਦੇ ਆਧਾਰ ਤੇ ਓਪੀਨੀਅਨ ਪੋਲ ਜਿਹੜੇ ਨੇ ਉਹ ਬਣਦੇ ਨੇ। ਔਰ ਜ਼ਾਹਿਰ ਜੀ ਗੱਲ ਹੈ ਕਿ ਉਹ ਗੁੱਸਾ ਅੰਕੜਿਆਂ ਦੇ ਵਿੱਚ ਬੀਜੇਪੀ ਦੇ ਫਿਲਹਾਲ ਤੇ ਨਜ਼ਰ ਆ ਰਿਹਾ ਹੈ। ਇੱਕ ਮਹੀਨੇ ਦੇ ਵਿੱਚ ਸਥਿਤੀ ਬਦਲਦੀ ਹੈ, ਕਿਸ ਤਰੀਕੇ ਵੱਲ ਜਾਂਦੀ ਹੈ ਉਹ ਦੇਖਣਾ ਹੋਊਗਾ। ਬਿਲਕੁਲ ਦੇਖਣਾ ਹੋਏਗਾ। ਹਾਲਾਂਕਿ ਇਹ ਵੀ ਗੱਲ ਹੈ ਕਿ ਖਾਸ ਤੁਹਾਨੂੰ ਯਾਦ ਹੋਏਗਾ 2012 ਦੇ ਵਿੱਚ PPP ਮਨਪ੍ਰੀਤ ਬਾਦਲ ਦੀ ਪਾਰਟੀ ਸੀਟ ਕੋਈ ਵੀ ਨਹੀਂ ਮਿਲੀ, ਮਨਪ੍ਰੀਤ ਬਾਦਲ ਆਪਣੀ ਸੀਟ ਵੀ ਨਹੀਂ ਬਚਾ ਸਕੇ ਸੀ, ਪਰ ਇਹ ਕਿ ਵੋਟਾਂ ਬਹੁਤ ਮਿਲ ਗਈਆਂ ਕਈ ਸੀਟਾਂ ਦੇ ਉੱਤੇ। ਉਹ ਸਮੀਕਰਨ 30,000 ਵੋਟ ਲੈ ਸਮੀਕਰਨ ਬਿਲਕੁਲ ਵਿਗਾੜ ਗਈ ਸੀ, ਤਾਂ ਕਿ ਬੀਜੇਪੀ ਉਸ ਭੂਮਿਕਾ ਦੇ ਵਿੱਚ ਇਸ ਵਾਰ ਨਜ਼ਰ ਆ ਸਕਦੀ ਹੈ। ਕਿਉਂਕਿ ਆਪਾਂ ਲਗਾਤਾਰ ਜ਼ਿਕਰ ਕਰਦੇ ਹਾਂ ਕਿ ਪੰਜਾਬ ਦੇ ਵਿੱਚ 38-39% ਹਿੰਦੂ ਵੋਟ ਬੈਂਕ ਹੈ। ਲਾਜ਼ਮੀ ਤੌਰ ਤੇ ਕਿ ਸਾਰੇ ਤਾਂ ਉਹਨਾਂ ਨੂੰ ਵੋਟ ਨਹੀਂ ਕਰਨਗੇ, ਵੰਡੀ ਜਾਏਗੀ ਵੋਟ, ਪਰ ਕਿ ਜਿਹੜਾ ਵੋਟ ਪਰਸੈਂਟੇਜ ਹੋਏਗਾ ਉਹ ਬਾਕੀ ਪਾਰਟੀਆਂ ਨੂੰ ਡੈਂਟ ਕਰ ਸਕਦਾ ਹੈ। ਇਹ ਇੱਕ ਵੱਡੀ ਗੱਲ ਹੈ। ਮੈਨੂੰ ਆਪਾਂ ਇੱਥੇ ਇਹਨਾਂ ਦਾ ਗੱਲ ਹੋਣੀ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਜੇ 8 ਤੋਂ 11 ਸੀਟਾਂ ਤਾਂ ਬਹੁਤ ਨੁਕਸਾਨ ਇੱਕ ਤਰੀਕੇ ਨਾਲ ਅਕਾਲੀ ਦਲ ਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ। ਜੇ ਆਪਾਂ ਅਕਾਲੀ ਦਲ ਦਾ ਜ਼ਿਕਰ 8 ਤੋਂ 11 ਸੀਟਾਂ ਜਿਹੜੀਆਂ ਨੇ 8 ਤੋਂ 11 ਸੀਟਾਂ ਜਿਹੜੀਆਂ ਨੇ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀਆਂ ਜਾ ਰਹੀਆਂ ਨੇ। ਸੋ ਆਪਣੇ ਆਪ ਦੇ ਵਿੱਚ ਇਹ ਕਾਫੀ ਗੌਰਵ ਜਿਹੜਾ ਹੈ 8 ਤੋਂ 11 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ, ਯਾਨੀ ਅਕਾਲੀ ਦਲ ਦੀ ਜਿਹੜੀ ਸਥਿਤੀ ਇੱਕ ਤਰੀਕੇ ਨਾਲ ਜੇ ਇਸ ਪੋਲ ਦੇ ਹਿਸਾਬ ਨਾਲ ਦੇਖੀਏ, ਹਾਲਾਂਕਿ ਅਕਾਲੀ ਦਲ ਦੇ ਆਗੂਆਂ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਸਿੱਧਾ ਨਕਾਰਦੇ ਹੈ ਕਿ ਇਹ ਜਿਹੜੇ ਪੋਲਸ ਨੇ ਇਹ ਬਾਅਦ ਦੇ ਵਿੱਚ ਬਦਲ ਜਾਂਦੇ ਆ, ਇਹ ਇਸ ਤਰੀਕੇ ਨਾਲ ਹੁੰਦੇ ਆ, ਇਹ ਫੇਕ ਹੁੰਦੇ ਆ, ਲੀਡਰ ਜਦੋਂ ਆਪਣੇ ਬਿਆਨ ਦਿੰਦੇ ਆ। ਪਰ ਅਸਲ ਦੇ ਵਿੱਚ ਇਹ ਇੱਕ ਓਪੀਨੀਅਨ ਹੁੰਦਾ ਹੈ ਔਰ ਉਹ ਵੀ ਰੈਂਡਮਲੀ ਹੁੰਦਾ ਕਿ ਇੱਕ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਜਾਣेंगे ਕਿ ਕਿਹੜੀ ਪਾਰਟੀ ਨੂੰ, ਉਸ ਦੇ ਆਧਾਰ ਤੇ ਹੁੰਦਾ। ਸੋ ਜਿਸ ਤਰੀਕੇ ਨਾਲ ਇਹ ਪੋਲਸ ਨਿਕਲ ਕੇ ਆ ਰਹੇ ਆ, ਇਸ ਨੂੰ ਦੇਖ ਕੇ ਲੱਗਦਾ ਵੀ ਅਕਾਲੀ ਦਲ ਦੇ ਲਈ ਵੀ ਸਥਿਤੀ ਜੇ ਪੋਲ ਦੇ ਆਧਾਰ ਤੇ ਚੱਲੀਏ ਤਾਂ ਬਹੁਤ ਹੀ ਠੀਕ ਨਹੀਂ ਜਾ, ਬਹੁਤ ਹੀ ਸੁਖਾਵੀ ਨਹੀਂ ਹੈ। ਪਰ ਖੈਰ ਇੱਕ ਵਾਰੀ ਇੱਕ ਗ੍ਰਾਫਿਕਸ ਦੇ ਉੱਤੇ ਨਜ਼ਰ ਪਾਉਂਦੇ ਆ ਜਿਹੜੇ ਸਾਡੇ ਸਾਹਮਣੇ ਨਿਕਲ ਕੇ ਆਏ ਨੇ। ਇੰਡੀਆ ਹੈਡ ETG ਦਾ ਸਰਵੇ ਜੋ ਪਹਿਲਾਂ ਅਸੀਂ ਜ਼ਿਕਰ ਕਰ ਰਹੇ ਸੀ, ਕਾਂਗਰਸ ਨੂੰ 40 ਤੋਂ 44 ਸੀਟਾਂ ਇੱਥੇ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜ਼ਿਕਰ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਇੰਡੀਆ ਹੈਡ ETG ਦਾ ਸਰਵੇ ਕਰਾਰ ਦੇ ਰਿਹਾ ਕਿ ਇੱਥੇ ਕਲੀਅਰ ਕੱਟ ਮੈਜੋਰਟੀ ਇਹਨਾਂ ਦੇ ਕੋਲ ਹੋਏਗੀ। 59 ਤੋਂ ਵੱਧ ਸੀਟਾਂ, 59 ਤੋਂ 64 ਸੀਟਾਂ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਕੋਲ ਸੀਟਾਂ ਹੋ ਸਕਦੀਆਂ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੀ ਪਲੇਟ ਆਵੇ। ਕਾਂਗਰਸ ਦਾ ਅਸੀਂ ਦਿਖਾ ਰਹੇ ਹਾਂ 40 ਤੋਂ 44 ਸੀਟਾਂ ਤੇ ਕਿੰਨੀਆਂ ਸੀਟਾਂ ਮਿਲਦੀਆਂ ਨੇ ਆਮ ਆਦਮੀ ਪਾਰਟੀ ਆ ਚੁੱਕੀ ਹੈ 59 ਤੋਂ 64 ਸੀਟਾਂ। 59 ਤੋਂ 64 ਸੀਟਾਂ ਬਹੁਤ ਵੱਡੀ ਗੱਲ ਹੈ ਕਿ ਇੱਕ ਸਰਵੇ ਦੇ ਵਿੱਚ ਬਿਲਕੁਲ ਕਲੀਅਰ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ ਆਪਾਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ 10 ਮਾਰਚ ਨਹੀਂ ਪਤਾ ਲੱਗੇਗਾ ਕਿ ਕਿਸ ਦੇ ਹੱਕ ਦੇ ਵਿੱਚ ਹੈ। ਤੇ ਇੱਕ ਹੋਰ ਚੀਜ਼ ਬਹੁਤ ਅਹਿਮ ਹੈ ਕਿ ਜੇ ਆਮ ਆਦਮੀ ਪਾਰਟੀ ਕਲੀਅਰ ਕੱਟ ਮੈਜੋਰਟੀ ਦੇ ਨਾਲ ਆਉਂਦੀ ਹੈ 59 ਤੋਂ 64 ਸੀਟਾਂ, ਕੁਝ ਅਜਿਹੀ ਸਮੀਕਰਨ 10 ਮਾਰਚ ਨੂੰ ਹੋਏ ਤਾਂ ਬਹੁਤ ਸਾਫ਼ ਹੈ ਕਿ ਮਾਲਵੇ ਦੇ ਨਾਲ ਦੁਆਬੇ ਤੇ ਮਾਝੇ ਦੇ ਵਿੱਚ ਵੀ ਫਿਰ ਅਸਰ ਨਜ਼ਰ ਆਏਗਾ। ਪਰਫਾਰਮ ਕਰਨਾ ਪਏਗਾ ਤਾਂ ਹੀ ਇਹ ਜਿਹੜਾ ਸਰਵੇ ਹੈ ਉਸ ਨੂੰ ਟੱਚ ਕਰ ਸਕਦੇ ਆ। ਜੇ ਮਾਝੇ, ਕਿਉਂਕਿ ਪਿਛਲੀ ਵਾਰ ਗੌਰਵ ਆਮ ਆਦਮੀ ਪਾਰਟੀ ਨੂੰ ਜਿਹੜੀ ਸਭ ਤੋਂ ਵੱਡੀ ਮਾਰ ਹੈ ਉਹ ਮਾਝੇ ਦੁਆਬੇ ਚੋਂ ਪਈ ਖਾਤਾ ਨਹੀਂ ਖੁੱਲਿਆ, ਔਰ ਇਸ ਵਾਰੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਸਾਡਾ ਮਾਝਾ ਦੁਆਬਾ ਠੀਕ ਹੈ, ਸਾਨੂੰ
ਘੱਟੋ ਘੱਟ 20+ ਸੀਟਾਂ ਉਹਨਾਂ ਨੂੰ ਮਾਝੇ ਦੁਆਬੇ ਚੋਂ ਲੈਣੀਆਂ ਪੈਣਗੀਆਂ ਤਾਂ ਜਾ ਕੇ ਇਸ ਆંકੜੇ ਨੂੰ ਉਹ ਟੱਚ ਕਰ ਸਕਦੇ। ਬਿਲਕੁਲ 25 ਸੀਟਾਂ ਨੇ ਮਾਝੇ ਦੇ ਵਿੱਚ, ਕਿਉਂਕਿ ਆਪਾਂ ਸੀਟਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਖੇਤਰਾਂ ਨੂੰ ਗਿਣਦੇ ਆ। 69 ਸੀਟਾਂ ਹੈਗੀਆਂ ਮਾਲਵੇ 'ਚ, 25 ਸੀਟਾਂ ਹੈਗੀਆਂ ਮਾਝੇ 'ਚ ਔਰ 23 ਸੀਟਾਂ ਹੈਗੀਆਂ ਨੇ ਦੁਆਬੇ 'ਚ। ਖਾਸ ਸੀਟਾਂ ਜਿਹੜੀਆਂ ਪਿਛਲੀ ਵਾਰ ਆਈਆਂ 69 ਦੇ ਵਿੱਚੋਂ 18 ਸੀਟਾਂ ਆਮ ਆਦਮੀ ਪਾਰਟੀ ਦੇ ਕੋਲ ਸੀ 2017 ਦੇ ਇਲੈਕਸ਼ਨ 'ਚ, 2 ਸੀਟਾਂ ਦੁਆਬੇ ਤੋਂ ਤੇ ਮਾਝੇ 'ਚ ਖਾਤਾ ਵੀ ਨਹੀਂ ਖੁੱਲਿਆ। ਤਾਂ ਇਹ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਜੇ 59 ਤੋਂ ਅਕਾਲੀ ਦਲ ਦਾ ਗ੍ਰਾਫਿਕ ਆ ਗਿਆ, ਜੇ 59 ਤੋਂ 64 ਤੱਕ ਪਹੁੰਚਣਾ ਹੈ, ਬਹੁਮਤ ਲੈਣਾ ਤਾਂ ਫਿਰ ਮਾਝੇ 'ਚ ਵੀ ਪਰਫਾਰਮ ਕਰਨਾ ਪਏਗਾ, ਦੁਆਬੇ 'ਚ ਵੀ ਪਰਫਾਰਮ ਕਰਨਾ ਪਏਗਾ, ਮਾਲਵੇ 'ਚ ਤਾਂ ਆਬਵੀਅਸ। ਔਰ ਉਸ ਵੇਲੇ ਗੌਰਵ ਜਿਹੜੇ ਸਰਵੇ ਸੀ ਉਹ ਬੜੇ ਚਰਚਿਤ ਹੋਏ ਸੀ ਕਿ ਆਮ ਆਦਮੀ ਪਾਰਟੀ ਨੇ 100 ਸੀਟਾਂ ਦੇ ਦਾਅਵੇ ਕੀਤੇ ਸੀ। ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੁੱਛਿਆ ਕਿ ਤੁਸੀਂ ਦਾਅਵਾ, ਤਾਂ ਇਸ ਵਾਰ ਉਹ ਦਾਅਵਾ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਅਸੀਂ ਮੈਜੋਰਟੀ ਦੇ ਨੇੜੇ ਜਾਵਾਂਗੇ, ਪਰ ਇਸ ਵਾਰ ਉਹਨਾਂ ਨੇ ਉਹ ਗੱਲ ਨਹੀਂ ਕਹੀ ਕਿ ਅਸੀਂ 100 ਸੀਟਾਂ ਜਿਹੜੀਆਂ ਹੈਗੀਆਂ ਉਹ ਲੈ ਕੇ ਜਾਵਾਂਗੇ। ਅਸੀਂ ਇੰਡੀਆ ਹੈਡ ETG ਦਾ ਜਿਹੜਾ ਸਰਵੇ ਹੈ ਉਸਦੇ ਵੱਖ-ਵੱਖ ਪੁਆਇੰਟਸ ਦੇ ਉੱਤੇ ਗੱਲ ਕਰ ਰਹੇ ਹਾਂ। 8 ਤੋਂ 11 ਅਕਾਲੀ ਦਲ ਸੀ ਤੇ ਬੀਜੇਪੀ ਆ ਚੁੱਕੀ ਹੈ। 1 ਤੋਂ 2 ਸੀਟਾਂ ਬੀਜੇਪੀ ਦੇ ਖਾਤੇ ਜਾ ਸਕਦੀਆਂ ਨੇ। ਅਸੀਂ ਅਗਲੇ ਸਰਵੇ ਦਾ ਹੁਣ ਰੁਖ ਕਰਾਂਗੇ ਕਿ ਅਗਲੇ ਸਰਵੇ ਦੇ ਵਿੱਚ ਕੀ ਕੁਝ ਹੈ। ਇੰਡੀਆ ਹੈਡ ਦੀ ਇੱਕ ਵਾਰ ਤੁਸੀਂ ਪੂਰੀ ਜਿਹੜੇ ਸਰਵੇ ਦੇ ਨਤੀਜੇ ਨੇ ਉਹ ਦੇਖ ਲਓ। 40 ਤੋਂ 44 ਸੀਟਾਂ ਇਸ ਸਮੇਂ ਕਾਂਗਰਸ ਦੇ ਕੋਲ ਦਿਖਾ ਰਿਹਾ ਹੈ। 59 ਤੋਂ 64 ਸੀਟਾਂ ਆਮ ਆਦਮੀ ਪਾਰਟੀ ਨੂੰ ਦਿਖਾ ਰਿਹਾ। 8 ਤੋਂ 11 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਅਕਾਲੀ ਦਲ ਨੂੰ ਤੇ 1 ਤੋਂ 2 ਸੀਟਾਂ ਦਿਖਾਈਆਂ ਜਾ ਰਹੀਆਂ ਨੇ ਬੀਜੇਪੀ ਨੂੰ। ਤਾਂ ਇਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਰਿਪਬਲਿਕ ਪੀ ਮਾਰਕਿਊ ਦਾ ਜਿਹੜਾ ਸਰਵੇ ਹੋਇਆ ਉਹ ਕੀ ਕੁਝ ਕਹਿ ਰਿਹਾ ਹੈ। ਵਿਜੇਵਾਲ ਰਿਪਬਲਿਕ ਪੀ ਮਾਰਕਿਊ ਦਾ ਸਰਵੇ ਅਸੀਂ ਦਿਖਾ ਰਹੇ ਹਾਂ। ਪੀ ਮਾਰਕ ਰਿਪਬਲਿਕ ਪੀ ਮਾਰਕ ਇਹ ਸਰਵੇ ਜਿਹੜਾ ਇਸ ਏਜੰਸੀ ਵੱਲੋਂ ਕੀਤਾ ਗਿਆ। ਕਾਂਗਰਸ ਨੂੰ 42 ਤੋਂ 48 ਸੀਟਾਂ ਇਸ ਸਰਵੇ ਦੇ ਵਿੱਚ ਦਿੱਤੀਆਂ ਗਈਆਂ ਨੇ। ਆਮ ਆਦਮੀ ਪਾਰਟੀ ਨੂੰ 50 ਤੋਂ 56 ਸੀਟਾਂ। ਬਹੁਤਾ ਫਰਕ ਨਹੀਂ ਹੈ ਗੌਰਵ ਇਹਨਾਂ ਸਰਵੇਜ਼ ਦੇ ਵਿੱਚ, 19-21 ਦਾ ਫਰਕ ਹੈ। ਹਰ ਇੱਕ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਦਿਖ ਰਹੀ ਹੈ ਹਰ ਸਰਵੇ ਦੇ ਵਿੱਚ। ਸੈਕੰਡ ਨੰਬਰ ਤੇ ਕਾਂਗਰਸ, ਥਰਡ ਨੰਬਰ ਤੇ ਅਕਾਲੀ ਦਲ। ਇਸ ਦੇ ਵਿੱਚ ਵੀ ਜਿਹੜਾ ਆਪਾਂ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਸੀ, ਇਸ ਦੇ ਵਿੱਚ ਵੀ ਲਗਭਗ ਇਸ ਸਰਵੇ 'ਚ ਉਨੀਆਂ ਹੀ ਸੀਟਾਂ ਨੇ। 50 ਤੋਂ 56 ਆਮ ਆਦਮੀ ਪਾਰਟੀ ਨੂੰ ਮਿਲ ਰਹੀਆਂ ਨੇ, ਅਕਾਲੀ ਦਲ 13 ਤੋਂ 17 ਤੇ ਬੀਜੇਪੀ ਫਿਰ ਉੱਥੇ ਹੀ ਜਿਹੜੀਆਂ ਲਾਸਟ ਤੇ 1 ਤੋਂ 3। ਸੋ ਬੀਜੇਪੀ ਦੀ ਵੀ ਪੋਜੀਸ਼ਨ ਉੱਥੇ ਹੀ ਦਿਖ ਰਹੀ ਹੈ, ਅਕਾਲੀ ਦਲ ਦੀ ਵੀ ਪੋਜੀਸ਼ਨ ਉੱਥੇ ਹੀ ਦਿਖ ਰਹੀ ਹੈ, ਕਾਂਗਰਸ ਦੀ ਵੀ। ਆਲਮੋਸਟ 19-21 ਦਾ 5-4 ਸੀਟਾਂ ਦਾ ਫਰਕ ਹੈ ਜਿਹੜੇ ਸਰਵੇ ਵੱਖ-ਵੱਖ ਏਜੰਸੀਆਂ ਵੱਲੋਂ ਕੀਤੇ। ਬਿਲਕੁਲ ਰਿਪਬਲਿਕ ਪੀ ਮਾਰਕ ਦਾ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਰਵੇ, ਇਸ ਦੇ ਵਿੱਚ ਇੱਕ ਪੁਆਇੰਟ ਹੈ ਕਿ ਸਰਵੇ ਦੇ ਵਿੱਚ ਕਿਸੇ ਨੂੰ ਮੈਜੋਰਟੀ ਨਹੀਂ ਦਿੱਤੀ ਗਈ। ਪੰਜਾਬ 'ਚ 117 ਵਿਧਾਨ ਸਭਾ ਹਲਕੇ ਨੇ। 59 ਸੀਟਾਂ ਜ਼ਰੂਰੀ ਹੁੰਦੀਆਂ ਨੇ ਜੇ ਤੁਸੀਂ ਸਰਕਾਰ ਬਣਾਉਣੀ ਹੈ। ਉਹ ਚਾਹੇ ਇਕੱਲੀ ਪਾਰਟੀ ਕੋਈ 59 ਸੀਟਾਂ ਜਿੱਤ ਲਵੇ ਜਾਂ ਫਿਰ ਕੋਈ ਗੜਜੋੜ ਕਰਕੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਣ ਜਾਂ ਬਾਅਦ ਦੇ ਵਿੱਚ ਕੋਈ ਗੜਜੋੜ ਹੋ ਜਾਵੇ। ਤਾਂ ਇਹ ਇੱਕ ਸਾਫ਼ ਤੌਰ ਤੇ ਵੱਡੀ ਗੱਲ ਇਹ ਹੈ ਕਿ ਇਸ ਸਰਵੇ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਸ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਕਲੀਅਰ ਕੱਟ ਮੈਜੋਰਟੀ ਤਾਂ ਨਹੀਂ ਹੈ। ਕਾਂਗਰਸ ਦਾ ਨੁਕਸਾਨ ਤਕਰੀਬਨ ਹਰ ਸਰਵੇ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਕਾਂਗਰਸ ਤੁਸੀਂ ਦੇਖੋ ਕਿ 42-45 ਔਰ ਪਹਿਲਾਂ 37-45 ਆਸ-ਪਾਸ 40 ਦੇ ਆਸ-ਪਾਸ ਲਗਭਗ ਸੇਮ ਨੇ। ਹਾਂ, ਤਾਂ ਮਤਲਬ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਸਰਵੇ ਜਿਹੜੇ ਹੁਣ ਤੱਕ ਅਸੀਂ ਦੇਖੇ ਨੇ। ਇਹ ਸਰਵੇ ਦਾ ਗ੍ਰਾਫਿਕਸ ਗੌਰਵ ਜਿਹੜੇ ਆਪਾਂ ਨਜ਼ਰ ਪਾ ਲੈਂਦੇ ਆ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ, ਉਹਨਾਂ ਦੇ ਵਿੱਚ ਉਹੀ ਨੇ। ਆਮ ਆਦਮੀ ਪਾਰਟੀ ਨੂੰ ਫਿਰ ਇਹਨਾਂ ਨੇ ਕਲੀਅਰ ਮੈਜੋਰਟੀ ਨਹੀਂ ਦਿੱਤੀ, ਉਸ ਦੇ ਵਿੱਚ ਕੁਝ ਸੀਟਾਂ ਦਾ ਫਰਕ ਪਾਤਾ, ਪਰ ਫਿਰ ਵੀ ਵੱਡੀ ਪਾਰਟੀ ਸਭ ਤੋਂ, ਜੇ ਆਪਾਂ ਕਹੀਏ ਪਹਿਲੇ ਨੰਬਰ ਦੀ ਪਾਰਟੀ, ਉਹ ਆਮ ਆਦਮੀ ਪਾਰਟੀ ਇਹਨਾਂ ਸਰਵੇਸ ਦੇ ਆਧਾਰ ਤੇ ਦਿਖਾਈ ਜਾ ਰਹੀ। ਬਿਲਕੁਲ ਰਿਪਬਲਿਕ ਪੀ ਮਾਰਕ ਦਾ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਸਰਵੇ ਕੀ ਕੁਝ ਕਹਿੰਦਾ ਹੈ। ਕਾਂਗਰਸ ਨੂੰ ਇੱਥੇ 42 ਤੋਂ 48 ਸੀਟਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। 50 ਤੋਂ ਪਾਰ ਜਾਂਦੀ ਹੋਈ ਇਸ ਸਰਵੇ ਦੇ ਵਿੱਚ ਕਾਂਗਰਸ ਨਜ਼ਰ ਨਹੀਂ ਆ ਰਹੀ। ਮੌਜੂਦਾ ਸਮੇਂ ਦੇ ਵਿੱਚ ਸਰਕਾਰ ਹੈ ਔਰ ਇੱਕ ਵੱਡੀ ਚੁਣੌਤੀ ਹੋਏਗੀ ਆਮ ਆਦਮੀ ਪਾਰਟੀ ਦਾ। ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ 50 ਤੋਂ 56 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਦੀਆਂ ਨਜ਼ਰ ਆ ਰਹੀਆਂ ਨੇ। ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਦੋ ਚੀਜ਼ਾਂ। ਪਹਿਲੀ ਕਿ ਬਹੁਮਤ ਲਈ 59 ਸੀਟਾਂ ਜ਼ਰੂਰੀ ਨੇ। ਦੂਜੀ ਕਿ ਨਤੀਜੇ ਨਹੀਂ ਨੇ। ਇਸ ਦੇ ਲਈ ਇੰਤਜ਼ਾਰ ਸਾਨੂੰ 10 ਮਾਰਚ ਦਾ ਕਰਨਾ ਹੋਏਗਾ ਜਦੋਂ ਪੰਜਾਬ ਦੇ ਲੋਕਾਂ ਦਾ ਨਤੀਜਾ ਸਾਹਮਣੇ ਆਏਗਾ। ਅਕਾਲੀ ਦਲ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਰਿਪਬਲਿਕ ਪੀ ਮਾਰਕ ਦੇ ਜਿਹੜੀ ਸਰਵੇ ਆ ਉਹ ਕਹਿੰਦਾ ਕਿ ਅਕਾਲੀ ਦਲ ਕੋਲ 13 ਤੋਂ 17 ਸੀਟਾਂ ਨੇ, ਜਦਕਿ ਬੀਜੇਪੀ 1 ਤੋਂ 2 ਸੀਟਾਂ। ਪਰ ਇੱਥੇ ਇਹ ਵੀ ਚਰਚਾ ਕਰਨੀ ਲਾਜ਼ਮੀ ਹੈ ਕਿ ਵਾਕਈ ਅਕਾਲੀ ਦਲ ਦੀ ਇਸ ਸਮੇਂ ਸਥਿਤੀ ਇਸ ਤਰੀਕੇ ਨਾਲ ਹੋ ਸਕਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਗੌਰਵ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਕਾਂਗਰਸ ਪਾਰਟੀ ਹੈ ਔਰ ਆਮ ਤੌਰ ਤੇ ਮੰਨਿਆ ਜਾਂਦਾ ਹੈ ਵੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ, ਪਹਿਲਾਂ ਤਾਂ ਜੋ ਪੰਜਾਬ ਦਾ ਸਿਆਸੀ ਕਲਚਰ ਚੱਲਦਾ ਆ ਰਿਹਾ ਉਹਦੇ ਮੁਤਾਬਕ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਸੀ ਉਹ ਪਾਰਟੀ ਤਕਰੀਬਨ ਜਦੋਂ ਤੱਕ ਲੋਕ ਸਭਾ ਇਲੈਕਸ਼ਨ ਆਉਂਦੇ ਸੀ ਉਹ ਆਪਣੀ ਪਕੜ ਛੱਡ ਜਾਂਦੀ ਸੀ ਤੇ ਲੋਕ ਸਭਾ ਦੇ ਵਿੱਚ ਜਿਹੜੇ ਨਤੀਜੇ ਆਉਂਦੇ ਆ ਉਹ ਉਲਟ ਜਾਂਦੇ ਸੀ। ਵਿਰੋਧੀ ਧਿਰ ਨੂੰ ਜ਼ਿਆਦਾ ਸੀਟਾਂ ਮਿਲਦੀਆਂ ਸੀਗੀਆਂ, ਪਰ ਇਸ ਵਾਰ ਇਦਾਂ ਨਹੀਂ ਹੋਇਆ। ਈਵਨ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਸੀ, ਭਾਵੇਂ ਹੁਣ ਦਾਅਵੇ ਕੀਤੇ ਜਾਂਦੇ ਹੋਣ ਕਿ ਚੰਨੀ ਹੋਰਾਂ ਦੇ ਬਣਨ ਤੋਂ ਬਾਅਦ ਜਿਹੜਾ ਹੈ ਉਹ ਫਰਕ ਪੈ ਗਿਆ, ਪਰ ਕਾਂਗਰਸ ਨੇ 8 ਸੀਟਾਂ ਜਿੱਤੀਆਂ। 13 ਦੇ ਵਿੱਚੋਂ 8 ਸੀਟਾਂ ਜਿੱਤੀਆਂ ਕਾਂਗਰਸ ਪਾਰਟੀ ਨੇ। ਉਹ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਸੀ ਔਰ ਇਹਨਾਂ ਸਰਵੇਸ ਵੀ ਕਾਂਗਰਸ ਉਹਨਾਂ ਡਾਊਨ ਨਹੀਂ ਜਾ ਰਹੀ ਹੈ। ਇਹ ਬੜਾ ਇੰਪੋਰਟੈਂਟ ਫੈਕਟਰ ਹੈ ਕਿ ਉਹਨਾਂ ਡਾਊਨ ਨਹੀਂ ਜਾ ਰਹੀ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਦੀਆਂ ਸੀਟਾਂ ਨਜ਼ਰ ਆ ਰਹੀਆਂ। ਕਿਉਂਕਿ ਅਕਾਲੀ ਦਲ ਲੋਕ ਸਭਾ ਦੇ ਵਿੱਚ 2 ਸੀਟਾਂ ਜਿੱਤਣ 'ਚ ਤਾਂ ਕਾਮਯਾਬ ਰਿਹਾ। ਇੱਕ
ਬਠਿੰਡਾ ਔਰ ਦੀ ਫਿਰੋਜ਼ਪੁਰ ਦੀ। ਇਨਫੈਕਟ ਜਿਹੜੀ ਤੁਸੀਂ ਹੁਸ਼ਿਆਰਪੁਰ ਔਰ ਗੁਰਦਾਸਪੁਰ ਦੀ ਸਨੀ ਦਿਓਲ ਨੇ ਜਿੱਤੀ, ਉਹ ਵੀ ਕਿਤੇ ਨਾ ਕਿਤੇ ਬੀਜੇਪੀ ਅਕਾਲੀ ਦਲ ਉਸ ਸਮੇਂ ਗੜਜੋੜ ਦੇ ਵਿੱਚ ਤਾਂ 4 ਸੀਟਾਂ ਤੁਸੀਂ ਗੜਜੋੜ ਦੇ ਕੋਲ ਸੀ, ਚਾਰ ਸੀਟਾਂ ਇੱਕ ਸੀਟ 9 ਸੀਟਾਂ ਨੂੰ ਰਿਫਲੈਕਟ ਕਰਦੀ ਹੈ ਤੇ 36 ਸੀਟਾਂ ਹੋ ਗਈਆਂ, ਤਾਂ ਉਹ ਵੀ ਨਤੀਜਾ ਨਜ਼ਰ ਨਹੀਂ ਆ ਰਿਹਾ। ਅਗਲੇ ਸਰਵੇ ਦੇ ਵੱਲ ਅਸੀਂ ਰੁਕ ਕਰਦੇ। ਨਿਊਜ਼ ਐਕਸ ਪੋਲ ਸਟਾਰਟ ਜਿਹੜਾ ਅਸੀਂ ਸਰਵੇ ਦਿਖਾ ਰਹੇ ਹਾਂ, ਨਿਊਜ਼ ਐਕਸ ਪੋਲ ਸਟਾਰਟ ਦੇ ਮੁਤਾਬਕ ਇੱਥੇ ਅਕਾਲੀ ਦਲ ਨੂੰ ਕੁਝ ਸੀਟਾਂ ਵੱਧ ਮਿਲ ਰਹੀਆਂ ਨੇ 22 ਤੋਂ 26। ਬੀਜੇਪੀ ਸੇਮ ਪੋਜੀਸ਼ਨ ਤੇ ਹੈ, 1 ਤੋਂ 2, ਕਿਤੇ 1 ਤੋਂ 3, ਕਿਤੇ 1 ਤੋਂ 4 ਮੈਕਸਿਮਮ ਬੀਜੇਪੀ ਕੋਲੇ ਇੰਨੀਆਂ ਸੀਟਾਂ ਜਾਂਦੀਆਂ ਨੇ। ਕਾਂਗਰਸ ਉਹੀ 40 ਤੋਂ 45 ਦੇ ਗੇੜ ਦੇ ਵਿੱਚ ਕਾਂਗਰਸ ਹੈ, ਔਰ ਆਮ ਆਦਮੀ ਪਾਰਟੀ 47 ਤੋਂ 52। ਇਹਨਾਂ ਨੇ ਵੀ ਸੀਟਾਂ ਜਿਹੜਾ ਆਪਾਂ ਪਹਿਲਾ ਸਰਵੇ ਦੇਖਿਆ ਸੀ ਏਬੀਪੀ ਵਾਲਾ, ਸੀ ਵੋਟਰ ਵਾਲਾ, ਇਹ ਲਗਭਗ ਉਹਦੇ ਨਾਲ ਦਾ ਸਰਵੇ ਹੈ ਕਿ ਇਸ ਦੇ ਵਿੱਚ ਇੰਨੀਆਂ ਸੀਟਾਂ ਜਿਹੜੀਆਂ ਨੇ ਉਹ ਇਹਨਾਂ ਪਾਰਟੀਆਂ ਨੂੰ ਨਜ਼ਰ ਆ ਰਹੀਆਂ। ਠੀਕ ਹੈ, ਮਤਲਬ 4 ਸਰਵੇ ਹੁਣ ਤੱਕ ਅਸੀਂ ਦਿਖਾ ਚੁੱਕੇ ਹਾਂ, ਅਸੀਂ ਹੋਰ ਵੀ ਅੱਗੇ ਦਿਖਾਉਂਦੇ ਰਹਾਂਗੇ, ਇੱਕ ਵਾਰ ਗ੍ਰਾਫਿਕਸ ਦੇ ਜ਼ਰੀਏ ਵੀ ਨਜ਼ਰ ਪਾਵਾਂਗੇ 4 ਦੇ ਵਿੱਚੋਂ, ਕਿਉਂਕਿ ਏਬੀਪੀ ਸੀ ਵੋਟਰ ਇੰਡੀਆ ਹੈਡ ਦਾ ਸਰਵੇ ਦਿਖਾਇਆ ਤੁਹਾਨੂੰ, ਰਿਪਬਲਿਕ ਪੀ ਮਾਰਕ ਦਾ ਦਿਖਾਇਆ, ਤੇ ਉਸ ਤੋਂ ਬਾਅਦ ਨਿਊਜ਼ ਐਕਸ ਪੋਲ ਸਟਾਰਟ ਦਾ ਅਸੀਂ ਸਰਵੇ ਦਿਖਾ ਰਹੇ ਹਾਂ। 4 ਦੇ ਵਿੱਚੋਂ 3 ਦੇ ਵਿੱਚ ਹੰਗ ਅਸੈਂਬਲੀ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ, ਮਤਲਬ ਕਿ 4 ਦੇ ਵਿੱਚੋਂ ਸਿਰਫ ਇੱਕੋ ਇੰਡੀਆ ਹੈਡ ਵਾਲੇ ਸੀ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ 59 ਤੋਂ 64 ਸੀਟਾਂ ਆਮ ਆਦਮੀ ਪਾਰਟੀ ਦੀਆਂ ਹੋ ਸਕਦੀਆਂ ਨੇ, ਯਾਨੀ ਫੁੱਲ ਮੈਜੋਰਟੀ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾ ਸਕਦੀ ਹੈ। ਪਰ ਦੂਜੇ ਪਾਸੇ 4 ਦੇ ਵਿੱਚੋਂ 3 ਹੁਣ ਤੱਕ ਹੰਗ ਅਸੈਂਬਲੀ ਹੈ। ਇੱਕ ਵਾਰ ਨਜ਼ਰ ਜ਼ਰੂਰ ਪੈ ਲੈਣੇ ਆ। ਨਿਊਜ਼ ਐਕਸ ਪੋਲ ਸਟਾਰਟ ਦੇ ਵਿੱਚ 40 ਤੋਂ 45 ਸੀਟਾਂ ਕਾਂਗਰਸ ਨੂੰ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਯਾਨੀ ਕਿ ਬਹੁਮਤ ਤੋਂ ਕਾਫੀ ਦੂਰ ਹੈ। 14-15 ਸੀਟਾਂ ਬਹੁਮਤ ਤੋਂ ਕੋਈ ਦੂਰ ਹੋਵੇ, 18 ਸੀਟਾਂ ਦੂਰ ਹੋਵੇ ਤਾਂ ਫਿਰ ਸਰਕਾਰ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ, 47 ਤੋਂ 52 ਸੀਟਾਂ ਮਿਲ ਸਕਦੀਆਂ ਨੇ। ਖਾਸ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਜੇ 10 ਸੀਟਾਂ ਵੀ ਦੂਰ ਰਹਿ ਗਈ ਜਾਂ 5 ਸੀਟਾਂ ਵੀ ਦੂਰ ਰਹਿ ਗਈ ਤਾਂ ਆਮ ਆਦਮੀ ਪਾਰਟੀ ਨੂੰ ਸਪੋਰਟ ਲੈਣੀ ਬੜੀ ਮੁਸ਼ਕਿਲ ਹੋ ਜਾਏਗੀ, ਕਿਉਂਕਿ ਇਸ ਵਾਰ ਇਹ ਸਵਾਲ ਵੀ ਕੱਲ ਹੋਇਆ ਸੀ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਇਹ ਸਵਾਲ ਪੁੱਛਿਆ ਸੀ ਪੋਸਟ ਇਲੈਕਸ਼ਨ ਕੀ ਹੋਏਗਾ, ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤਾ, ਕਹਿੰਦੇ ਉਹਨਾਂ ਨੇ ਕਿਹਾ ਕਿ ਸ਼ੁਭ ਬੋਲੋ। ਬਿਲਕੁਲ, ਤੇ 22 ਤੋਂ 26 ਸੀਟਾਂ ਸ਼੍ਰੋਮਣੀ ਅਕਾਲੀ ਦਲ। ਗੌਰਵ, ਇਹ ਸਥਿਤੀ ਸ਼੍ਰੋਮਣੀ ਅਕਾਲੀ ਦਲ ਲਈ ਮਤਲਬ ਘੱਟੋ ਘੱਟ ਅਕਾਲੀ ਦਲ ਦੇ ਲੀਡਰ ਤੇ ਇਹਨਾਂ ਸਰਵੇਜ਼ ਨੂੰ ਐਕਸੈਪਟ ਨਹੀਂ ਕਰ ਰਹੇ, ਜਿਨ੍ਹਾਂ ਦੇ ਨਾਲ ਵੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਆ ਕਿ ਇਹ ਸਰਵੇ ਸਾਨੂੰ ਐਕਸੈਪਟ ਨਹੀਂ। ਔਰ ਸੇਮ ਬੀਜੇਪੀ 1 ਤੋਂ 2 ਸੀਟਾਂ ਬੀਜੇਪੀ ਵੀ ਕਹਿ ਰਹੀ ਹੈ ਕਿ ਇਹ ਸਰਵੇ ਐਦਾਂ ਹੀ ਹੁੰਦੇ ਆ, ਓਪੀਨੀਅਨ ਪੋਲ ਏਜੰਸੀਆਂ ਸਟਾਰਟ ਦੇ ਵਿੱਚ ਕਰਦੀਆਂ ਨੇ, ਪਰ ਇਲੈਕਸ਼ਨ ਦੇ ਦੌਰਾਨ ਜਿਹੜੀ ਸਥਿਤੀ ਹੈ ਉਹ ਬਦਲ ਜਾਂਦੀ ਹੈ। ਇਲੈਕਸ਼ਨ ਜਦੋਂ ਵੋਟਾਂ ਪੈਂਦੀਆਂ, ਕਿਉਂਕਿ ਗੌਰਵ ਇਹ ਜਿਹੜੇ 28 ਦਿਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, 29 ਦਿਨ ਦਾ ਜ਼ਿਕਰ ਕਰ ਰਹੇ ਹੋ, ਇਹ 28-29 ਦਿਨ ਜਿਹੜੇ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪੋਲੀਟੀਕਲ ਪਾਰਟੀਆਂ ਦੇ ਲਈ। ਜਿਹੜੇ ਇਹ 29 ਦਿਨ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਰੇ ਉਤਾਰ ਚੜਾਅ ਆਉਂਦੇ ਨੇ ਤੇ ਉਦੋਂ ਪਾਰਟੀਆਂ ਦੀ ਆਪਣੀ ਕੀ ਸਟ੍ਰੈਟਜੀ ਹੁੰਦੀ ਹੈ। ਕਿਉਂਕਿ ਇਹ ਵੀ ਦੱਸ ਦਈਏ ਕਿ ਇਹ ਪੋਲਸ ਜਦੋਂ ਹੋਏ ਨੇ ਉਸ ਵੇਲੇ ਤੱਕ ਸੂਬੇ ਦੇ ਵਿੱਚ ਬੀਜੇਪੀ ਦੀ ਕੋਈ ਐਕਟੀਵਿਟੀ ਨਹੀਂ ਹੈ। ਬੀਜੇਪੀ ਨੇ ਹਲੇ ਇੱਕ ਤਰੀਕੇ ਨਾਲ ਆਪਣੀ ਕੈਂਪੇਨ ਹੀ ਨਹੀਂ ਸ਼ੁਰੂ ਕੀਤੀ, ਅੱਜ ਪਹਿਲੀ ਲਿਸਟ ਆਈ ਹੈ। ਔਰ ਉਸ ਤੋਂ ਬਾਅਦ ਅੱਗੇ ਹੁਣ ਬੀਜੇਪੀ ਕਿਸ ਤਰੀਕੇ ਨਾਲ ਵਧੇਗੀ, ਕੀ ਉਹਨਾਂ ਦੀ ਚੋਣ ਰਣਨੀਤੀ ਰਹੇਗੀ, ਕਿਸ ਤਰੀਕੇ ਨਾਲ ਉਹ ਲੋਕਾਂ ਦੇ ਵਿੱਚ ਜਾਣਗੇ, ਵਿਚਰਨਗੇ, ਕਿਉਂਕਿ ਬੀਜੇਪੀ ਇਹ ਦਾਅਵਾ ਕਰਦੀ ਹੈ ਕਿ ਸ਼ਹਿਰੀ ਵੋਟ ਸਾਡੀ ਹੈ। ਜਿਵੇਂ ਗੌਰਵ ਕਹਿ ਰਹੇ ਸੀ ਥੋੜੀ ਦੇਰ ਪਹਿਲਾਂ ਕਿ ਭਾਵੇਂ ਕੈਂਡੀਡੇਟ ਜਿੱਤਣ ਨਾ, ਪਰ ਜੇ ਉਹ ਵੋਟ ਚੰਗੀ ਲੈ ਜਾਂਦੇ ਆ, ਮਾਰਜਨ ਉਹ ਆਪਣਾ ਚੰਗਾ ਰੱਖ ਜਾਂਦੇ ਆ, 10-10, 15-15 ਹਜ਼ਾਰ ਵੋਟ ਗੌਰਵ ਜਿਵੇਂ ਉਹ ਲੈ ਜਾਂਦੇ ਆ, ਤਾਂ ਜ਼ਾਹਿਰ ਜੀ ਗੱਲ ਹੈ ਉਹ ਬਹੁਤ ਸਾਰੀਆਂ ਪਾਰਟੀਆਂ ਦੇ ਨਤੀਜੇ ਜਿਹੜੇ ਆ ਉਹ ਪ੍ਰਭਾਵਿਤ ਕਰਨਗੇ, ਵਿਗਾੜ ਸਕਦੇ ਆ। ਖੈਰ, ਅਗਲੇ ਸਰਵੇ ਦਾ ਰੁਖ ਕਰਦੇ ਆ। ਟਾਈਮਜ਼ ਨਾਓ ਦਾ ਸਰਵੇ ਕੀ ਕੁਝ ਕਹਿੰਦਾ ਹੈ, ਔਰ ਟਾਈਮਜ਼ ਨਾਓ ਵੀਡੀਓ ਦਾ ਸਰਵੇ ਕਹਿ ਰਿਹਾ ਹੈ ਕਿ ਕਾਂਗਰਸ ਨੂੰ 4147 ਸੀਟਾਂ, 41 ਤੋਂ 47 ਤੱਕ ਸੀਟਾਂ, ਜਦਕਿ ਆਮ ਆਦਮੀ ਪਾਰਟੀ ਨੂੰ 54 ਤੋਂ 58 ਸੀਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 11 ਤੋਂ 15 ਔਰ ਬੀਜੇਪੀ ਪਲੱਸ ਇੱਕ ਗੜਜੋੜ ਜਿਹੜਾ ਉਸਦਾ ਪੂਰਾ ਨਤੀਜਾ 1 ਤੋਂ 3 ਸੀਟਾਂ। ਫਿਰ ਉਹੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ 5ਵਾਂ ਸਰਵੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉੱਥੇ ਸਮੀਕਰਨ ਜ਼ਿਆਦਾ ਬਦਲਦੇ ਨਜ਼ਰ ਨਹੀਂ ਆ ਰਹੇ। ਔਰ ਕਾਂਗਰਸ ਤੁਸੀਂ ਦੇਖੋ 50 ਤੋਂ ਨੀਚੇ ਹੀ ਹੈ ਤਕਰੀਬਨ ਹਰ ਸਰਵੇ ਦੇ ਵਿੱਚ, ਉਹ 40-45 ਉਸ ਤਰੀਕੇ ਨਾਲ ਹੀ ਹੈ। ਔਰ ਆਮ ਆਦਮੀ ਪਾਰਟੀ 50 ਪਲੱਸ ਹੈ ਤਕਰੀਬਨ ਹਰ ਸਰਵੇ ਦੇ ਵਿੱਚ, ਇੱਕ ਸਰਵੇ ਦੇ ਵਿੱਚ ਤਾਂ ਇਨਫੈਕਟ ਉਹਨਾਂ ਦੀ ਸਰਕਾਰ ਬਣਦੀ ਹੈ। ਔਰ ਉਸ ਤੋਂ ਬਾਅਦ ਅਕਾਲੀ ਦਲ ਦੀ 2 ਸਰਵੇ ਦੇ ਵਿੱਚ ਪੋਜੀਸ਼ਨ ਬਹੁਤ ਕਮਜ਼ੋਰ ਨਜ਼ਰ ਆਈ ਹੈ, ਇੰਡੀਆ ਹੈਡ ਵਾਲੇ ਤੇ ਟਾਈਮਜ਼ ਨਾਓ ਦੇ ਵਿੱਚ, ਕਿਉਂਕਿ ਟਾਈਮਜ਼ ਨਾਓ ਵੀਡੀਓ ਦਾ ਸਰਵੇ ਜੋ ਕਹਿ ਰਿਹਾ ਹੈ ਇੱਥੇ ਵੀ 11-13 ਸੀਟਾਂ ਦੇ ਰਹੇ ਨੇ, 11 ਤੋਂ 15 ਸੀਟਾਂ, 11 ਤੋਂ 15 ਸੀਟਾਂ। ਇਹ ਪੋਜੀਸ਼ਨ ਤਾਂ ਲਾਜ਼ਮੀ ਤੌਰ ਤੇ ਅਕਾਲੀ ਦਲ ਨਹੀਂ ਸੋਚ ਰਿਹਾ ਹੋਏਗਾ। ਬਿਲਕੁਲ, ਅਕਾਲੀ ਦਲ ਦੇ ਲਈ ਇਹ ਸਥਿਤੀ ਜਿਹੜੀ, ਜੇ ਇਹਨਾਂ ਪੋਲਸ ਦੇ ਹਿਸਾਬ ਨਾਲ ਗੱਲ ਕਰੀਏ, ਸਰਵੇ ਦੇ ਹਿਸਾਬ ਨਾਲ ਗੱਲ ਕਰੀਏ, ਤਾਂ ਬਿਲਕੁਲ ਇਹ ਅਕਾਲੀ ਦਲ ਦੇ ਲਈ ਚਿੰਤਾਜਨਕ ਸਥਿਤੀ ਜ਼ਰੂਰ ਹੈ। ਅਗਲਾ ਸਰਵੇ ਇਹ ਦੁਬਾਰਾ ਅਸੀਂ ਦਿਖਾ ਨਹੀਂ, ਅਗਲਾ ਸਰਵੇ ਦਿਖਾ ਰਹੇ ਇੰਡੀਆ ਨਿਊਜ਼ ਜਨ ਕੀ ਬਾਤ। ਇਸ ਦੇ ਵਿੱਚ ਵੀ ਖਾਸ ਇਹ ਹੈ ਕਿ ਅਸੀਂ 6ਵਾਂ ਸਰਵੇ ਤੁਹਾਨੂੰ ਦਿਖਾ ਰਹੇ ਹਾਂ, ਔਰ ਇਹਦੇ ਵਿੱਚ ਵੀ ਫੁੱਲ ਮੈਜੋਰਟੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਵੇ ਦੱਸ ਰਿਹਾ ਹੈ। ਸ਼ੁਰੂਆਤ ਇੱਕ ਵਾਰ ਫਿਰ ਤੋਂ ਕਰਦਾ ਮੈਂ ਕਾਂਗਰਸ ਤੋਂ ਹੀ। ਇਸ ਸਮੇਂ ਸੂਬੇ 'ਚ ਸੱਤਾ ਹੈ ਕਾਂਗਰਸ ਦੀ 31 ਤੋਂ 42, ਔਰ ਕਾਂਗਰਸ ਦੀ ਪੋਜੀਸ਼ਨ ਜੇ 31 ਤੋਂ 42 ਤੱਕ ਪਹੁੰਚਦੀ ਹੈ ਤਾਂ ਲਾਜ਼ਮੀ ਤੌਰ ਤੇ ਦੂਜੇ ਪਾਸੇ ਦਾ ਫੁੱਲ ਮੈਜੋਰਟੀ ਵਾਲੀ ਸਰਕਾਰ ਆ ਸਕਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਇੱਥੇ ਵੀ ਜ਼ਿਆਦਾ ਠੀਕ ਨਹੀਂ ਹੈ, 15 ਤੋਂ 18, ਬੀਜੇਪੀ 1 ਤੋਂ 2 ਉੱਥੇ ਜਿਹੜਾ ਪੂਰਾ ਮਾਮਲਾ ਬੀਜੇਪੀ ਦਾ ਫਸਿਆ ਹੋਇਆ ਹੈ। ਔਰ ਆਮ ਆਦਮੀ ਪਾਰਟੀ ਵਾਲੀਆਂ ਸੀਟਾਂ ਤੁਹਾਡੇ ਸਾਹਮਣੇ ਆਉਣਗੀਆਂ। ਕਾਂਗਰਸ ਤੋਂ ਬਾਅਦ
ਔਰ ਇਸ ਸਰਵੇ ਦੇ ਵਿੱਚ ਵੀ ਇੰਡੀਆ ਨਿਊਜ਼ ਜਨ ਕੀ ਬਾਤ ਸਰਵੇ ਦੇ ਵਿੱਚ ਵੀ 58 ਤੋਂ 65 ਸੀਟਾਂ ਦੇ ਜ਼ਰੀਏ ਆਮ ਆਦਮੀ ਪਾਰਟੀ ਨੂੰ ਇੱਕ ਤਰੀਕੇ ਨਾਲ ਮੈਜੋਰਟੀ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਸਰਕਾਰ ਬਣ ਜਾਏਗੀ। ਪੂਰੀ ਮੈਜੋਰਟੀ ਜਿਹੜੀ ਫੁੱਲ ਥੰਪਿੰਗ ਸਰਵੇ ਦੇ ਵਿੱਚੋਂ ਇਹ ਦੂਜਾ ਸਰਵੇ ਹੈ। ਦੂਸਰਾ ਸਰਵੇ ਔਰ ਜਿਹੜੇ ਬਾਕੀ ਸਰਵੇ ਵੀ ਨੇ ਗੌਰਵ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਟੱਚ ਕੀਤਾ ਹੈ। ਕਿਤੇ 58 ਤੱਕ ਗਏ ਨੇ ਮੈਕਸਿਮਮ ਉਹਨਾਂ ਨੂੰ ਆਉਂਦੀਆਂ ਨੇ, ਕਿਤੇ 55 ਤੱਕ ਮੈਕਸਿਮਮ ਆਉਂਦੀਆਂ ਨੇ। ਜੇ ਇਹ ਮੰਨਿਆ ਜਾਂਦਾ ਹੈ ਆਮ ਤੌਰ ਤੇ ਕਿ ਜੇ ਇੱਕ ਪਾਰਟੀ 55 ਤੱਕ ਪਹੁੰਚਦੀ ਹੈ ਦੈਟ ਮੀਨਸ ਉਹ ਆਪਣੀ ਸਰਕਾਰ ਤੇ ਬਣਾ ਹੀ ਲਏਗੀ, ਕਿਉਂਕਿ ਕੁਝ ਅਦਰਸ ਹੁੰਦੇ ਆ ਆਜ਼ਾਦ ਹੁੰਦੇ ਆ, ਉਹ ਪਾਰਟੀ ਸਪੋਰਟ ਕਰ ਦਿੰਦੀ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਲੜ ਰਹੇ ਨੇ ਜਾਂ ਢੀਂਡਸਾ ਲੜ ਰਹੇ ਨੇ, ਉਹਨਾਂ ਦਾ ਗੱਠਜੋੜ ਉਸ ਵੇਲੇ ਤੱਕ ਤੇ ਠੀਕ ਹੈ ਜਦੋਂ ਇਕੱਠੇ ਲੜ ਰਹੇ ਨੇ, ਪਰ ਜੇ ਕੱਲ ਨੂੰ ਸੀਟਾਂ ਆ ਜਾਂਦੀਆਂ ਨੇ ਤਾਂ ਵੱਖਰੇ ਤੌਰ ਤੇ ਆਪਣਾ ਫੈਸਲਾ ਵੀ ਲੈ ਸਕਦੇ ਆ। ਉਹ ਗੱਠਜੋੜ ਪ੍ਰੀ ਪੋਲ ਹੁੰਦਾ ਹੈ, ਪੋਸਟ ਪੋਲ ਵੀ ਚਾਂਸਸ ਹੁੰਦੇ ਨੇ। ਕੱਲ ਨੂੰ ਇਹ ਵੀ ਚਰਚਾਵਾਂ ਰਹਿੰਦੀਆਂ ਨੇ ਕਿ ਜੇ ਅਕਾਲੀ ਦਲ ਕੋਲੇ ਕੁਝ ਸੀਟਾਂ ਘਟਦੀਆਂ ਹੋਈਆਂ ਔਰ ਬੀਜੇਪੀ ਕੁਝ ਸੀਟਾਂ ਲੈਂਦੀ ਤਾਂ ਕੱਲ ਨੂੰ ਉਹ ਵੀ ਗੱਠਜੋੜ ਹੋ ਸਕਦਾ ਹੈ। ਅਗਲਾ ਸਰਵੇ ਜ਼ੀ ਡਿਜ਼ਾਈਨ ਬਾਕਸ, ਜ਼ੀ ਡਿਜ਼ਾਈਨ ਬਾਕਸ ਦਾ ਸਰਵੇ ਥੋੜਾ ਵੱਖਰਾ ਸਰਵੇ, ਥੋੜਾ ਵੱਖਰਾ ਇੰਟਰਸਟਿੰਗ ਹੈ ਔਰ ਥੋੜਾ ਰਿਲੀਫ ਅਕਾਲੀ ਦਲ ਦੇ ਲਈ ਲਾਜ਼ਮੀ ਤੌਰ ਤੇ ਇਸ ਸਰਵੇ ਦੇ ਵਿੱਚ ਹੋਏਗਾ। ਇਨਫੈਕਟ ਬੀਜੇਪੀ ਦੇ ਲਈ ਵੀ। ਸ਼ੁਰੂਆਤ ਮੈਂ ਕਾਂਗਰਸ ਤੋਂ ਹੀ ਕਰਾਂਗਾ। ਸਭ ਤੋਂ ਪਹਿਲਾਂ ਕਾਂਗਰਸ ਦੀ ਕਿੰਨੀਆਂ ਸੀਟਾਂ ਦਿਖਾ ਰਿਹਾ ਹੈ ਜ਼ੀ ਡਿਜ਼ਾਈਨ ਬਾਕਸ? ਕਾਂਗਰਸ 35 ਤੋਂ 38 ਸੀਟਾਂ। ਇਨਫੈਕਟ ਇਸ ਸਰਵੇ ਦੇ ਵਿੱਚ ਤਾਂ 40 ਤੋਂ ਹੇਠਾਂ ਆ ਗਿਆ ਇਹਨਾਂ ਦਾ ਪੂਰਾ ਅੰਕੜਾ। ਆਮ ਆਦਮੀ ਪਾਰਟੀ 40 ਤੋਂ ਨੀਚੇ। ਹੰਗ ਅਸੈਂਬਲੀ ਤਾਂ ਹੈ ਪਰ ਤਕਰੀਬਨ ਤਿੰਨੋਂ ਪਾਰਟੀਆਂ ਇੱਕੋ ਸਟੇਜ ਤੇ ਜਾ ਕੇ ਖੜਾ ਕਰ ਜਗ੍ਹਾ ਤੇ ਖੜੀਆਂ ਨੇ ਕਿ ਲੈਸ ਦੈਨ 40 ਸੀਟਸ ਉਹਨਾਂ ਨੂੰ ਮਿਲਣਗੀਆਂ। ਔਰ ਬੀਜੇਪੀ ਇਹ ਪਹਿਲਾ ਸਰਵੇ ਜਿੱਥੇ 4 ਤੋਂ 7 ਸੀਟਾਂ ਦਿਖਾਈਆਂ ਗਈਆਂ ਨੇ, 4 ਤੋਂ 7 ਸੀਟਾਂ ਹੋ ਸਕਦੀਆਂ ਨੇ। ਔਰ ਜੇ ਬੀਜੇਪੀ 4 ਤੋਂ 7 ਸੀਟਾਂ ਲੈ ਜਾਣ ਦੇ ਵਿੱਚ ਕਾਮਯਾਬ ਰਹਿੰਦੀ ਹੈ ਜਾਂ 10 ਦੇ ਡਬਲ ਡਿਜਿਟ ਦੇ ਵਿੱਚ ਪਹੁੰਚਣ 'ਚ ਕਾਮਯਾਬ ਰਹੀ ਤਾਂ ਬਹੁਤ ਇੰਟਰਸਟਿੰਗ ਪੰਜਾਬ ਦੀ, ਬਹੁਤ ਇੰਟਰਸਟਿੰਗ। ਬੀਜੇਪੀ ਕਿੰਗ ਮੇਕਰ ਬਣ ਸਕਦੀ, ਕਿੰਗ ਮੇਕਰ ਦੀ ਭੂਮਿਕਾ ਨਿਭਾ ਸਕਦੀ ਹੈ ਜੇ ਬੀਜੇਪੀ ਉਹਨਾਂ ਸੀਟਾਂ ਨੂੰ ਟੱਚ ਕਰਦੀ ਹੈ ਤਾਂ। ਕਿਉਂਕਿ ਜੇ ਹੰਗ ਅਸੈਂਬਲੀ ਆਉਂਦੀ ਹੈ ਤਾਂ ਫਿਰ ਜਿਹਦੇ ਕੋਲੇ ਘੱਟ ਸੀਟਾਂ ਹੁੰਦੀਆਂ ਉਸ ਦੀ ਗੌਰਵ ਸਪੋਰਟ ਮੰਗੀ ਜਾਂਦੀ ਹੈ ਔਰ ਫਿਰ ਉਹ ਕਿਸ ਪਾਰਟੀ ਨੂੰ ਸਪੋਰਟ ਕਰਦੀ ਹੈ ਜਾਂ ਕਿਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਰਣਨੀਤੀ ਆ ਉਹ ਅੱਗੇ ਫਿੱਟ ਬੈਂਦੀ ਹੈ ਤਾਂ ਉਸ ਹਿਸਾਬ ਨਾਲ ਅੱਗੇ ਵਧਣਗੇ। ਪਰ ਇਹ ਸਰਵੇ ਜ਼ਰੂਰ ਡਿਸਕਸ ਕਰਨ ਵਾਲਾ ਹੈ। ਇਹ ਸੀਟਾਂ ਜਿਹੜੀਆਂ ਨੇ ਇਹ ਅਸੀਂ ਦਿਖਾ ਰਹੇ ਹਾਂ ਬਾਰ-ਬਾਰ। ਇਹ 35 ਤੋਂ 38 ਸੀਟਾਂ ਕਾਂਗਰਸ ਨੂੰ ਦਿੱਤੀਆਂ ਨੇ ਜ਼ੀ ਡਿਜ਼ਾਈਨ ਬਾਕਸ ਦੇ ਵਿੱਚ। ਆਮ ਆਦਮੀ ਪਾਰਟੀ ਨੂੰ 36 ਤੋਂ 39 ਯਾਨੀ ਲਗਭਗ ਸੇਮ ਔਰ ਸ਼੍ਰੋਮਣੀ ਅਕਾਲੀ ਦਲ 32 ਤੋਂ 35। ਯਾਨੀ ਜੇ ਇਸ ਸਰਵੇ ਦੀ ਮੰਨ ਕੇ ਚੱਲੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਕਿਸੇ ਧਿਰ ਨੂੰ ਵੀ ਕਲੀਅਰ ਮੈਜੋਰਟੀ ਆਉਂਦੀ ਦਿਖਾਈ ਨਹੀਂ ਦੇ ਰਹੀ ਔਰ ਪੰਜਾਬ ਦੇ ਵਿੱਚ ਸਿੱਧਾ ਇਹ ਸਰਵੇ ਜਿਹੜਾ ਹੈ ਉਹ ਹੰਗ ਅਸੈਂਬਲੀ ਵੱਲ ਇਸ਼ਾਰਾ ਕਰ ਰਿਹਾ ਕਿ ਹੰਗ ਅਸੈਂਬਲੀ ਹੋਏਗੀ। ਜੇ ਕੋਈ ਛੋਟੀ ਪਾਰਟੀ ਕਿਸੇ ਨੂੰ ਸਪੋਰਟ ਕਰ ਦੇਗੀ ਜਾਂ ਦੋ ਪਾਰਟੀਆਂ ਰਲ ਜਾਣਗੀਆਂ ਤਾਂ ਸਰਕਾਰ ਬਣੇਗੀ, ਨਹੀਂ ਤੇ ਇਸੇ ਤਰੀਕੇ ਨਾਲ ਫਿਰ ਹੰਗ ਅਸੈਂਬਲੀ ਰਹਿ ਜਾਏਗੀ। ਠੀਕ ਹੈ, ਤਾਂ ਇੱਕ ਵਾਰੀ ਇਸ ਨੂੰ ਜੋ ਅਸੀਂ ਡਿਸਕਸ ਕਰ ਰਹੇ ਹਾਂ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਇਹ ਸਥਿਤੀ ਬਣਦੀ ਹੈ ਜੋ ਇਸ ਸਰਵੇ ਦੇ ਵਿੱਚ ਦਿਖਾਈ ਜਾ ਰਹੀ ਹੈ ਕਿ ਤਿੰਨ ਪਾਰਟੀਆਂ ਦੇ ਵੱਲੋਂ 30 35 ਸੀਟਾਂ ਜਿੱਤੀਆਂ ਜਾਂਦੀਆਂ ਨੇ ਤਾਂ ਫਿਰ ਤਾਂ ਬਹੁਤ ਦੁਚਿੱਤੀ ਵਾਲੀ ਸਥਿਤੀ ਪੰਜਾਬ ਦੇ ਵਿੱਚ ਹੋ ਜਾਏਗੀ। ਹੰਗ ਅਸੈਂਬਲੀ ਤੋਂ ਮੈਜੋਰਟੀ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੋਏਗਾ ਤੇ ਉਸ ਤੋਂ ਬਾਅਦ ਚੁਣੌਤੀ ਇਹ ਵੀ ਹੋਏਗੀ ਕਿ 5 ਸਾਲ ਸਰਕਾਰ ਚਲਾਈ ਕਿਵੇਂ ਜਾਵੇ, ਕੌਣ ਚਲਾਵੇ, ਕੌਣ ਮੁੱਖ ਮੰਤਰੀ ਬਣੇ, ਕੌਣ ਉਪ ਮੁੱਖ ਮੰਤਰੀ ਬਣੇ। ਖੈਰ ਸਭ ਦੇ ਵਿਚਾਲੇ ਖਤਮ ਹੋਇਆ ਮਹਾਪੋਲ ਦਾ ਇੰਤਜ਼ਾਰ। ਮਹਾਪੋਲ ਕੀ ਕੁਝ ਕਹਿ ਰਿਹਾ ਉਹ ਤੁਹਾਨੂੰ ਦਿਖਾਣੇ ਆ ਵੱਡੀ ਖਬਰ ਦੇ ਜ਼ਰੀਏ। ਸੋ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਇਸ ਦਾ ਨਿਚੋੜ ਕੀ ਹੈ। ਜਿਹੜੇ ਸਾਰੇ ਸਰਵੇ ਅਸੀਂ ਦਿਖਾਏ ਜਿਹੜੇ ਵੱਖ-ਵੱਖ ਏਜੰਸੀਆਂ ਨੇ ਕੀਤੇ ਨੇ ਉਸ ਦਾ ਨਿਚੋੜ ਅਸੀਂ ਟੀਵੀ ਤੇ ਦਿਖਾ ਰਹੇ ਹਾਂ ਕਿ ਉਸ ਦਾ ਨਿਚੋੜ ਇਹ ਹੈ ਕਿ ਜੇ ਇਹਨਾਂ ਸਾਰੇ ਸਰਵੇ ਨੂੰ ਆਧਾਰ ਮੰਨ ਲਿਆ ਜਾਵੇ, ਇਹਨਾਂ ਸਾਰੇ ਓਪੀਨੀਅਨ ਪੋਲਸ ਨੂੰ ਆਧਾਰ ਮੰਨ ਲਿਆ ਜਾਵੇ ਤਾਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ। ਦੂਸਰੇ ਨੰਬਰ ਤੇ ਕਾਂਗਰਸ ਜਿਹੜੀ 38 ਤੋਂ 44 ਸੀਟਾਂ ਤੇ ਜਾ ਰਹੀ ਹੈ ਔਰ ਤੀਸਰੇ ਨੰਬਰ ਤੇ ਅਕਾਲੀ ਦਲ, ਕਿਉਂਕਿ ਤਕਰੀਬਨ ਸਰਵੇ ਸਿਰਫ ਇੱਕ ਸਰਵੇ ਨੂੰ ਛੱਡ ਕੇ ਜਿੰਨੇ ਸਰਵੇ ਦਿਖਾਏ ਨੇ ਵੱਖ-ਵੱਖ ਏਜੰਸੀਆਂ ਨੇ, ਵੱਖ-ਵੱਖ ਟੀਵੀ ਚੈਨਲਸ ਨੇ, ਉਹ ਸਰਵੇ ਸਾਰੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਉਸ ਦੀ ਮੈਜੋਰਟੀ ਆਉਂਦੀ ਦੱਸ ਰਹੇ ਨੇ ਓਪੀਨੀਅਨ ਪੋਲਸ ਦੇ ਮੁਤਾਬਕ। ਔਰ ਦੂਸਰੇ ਨੰਬਰ ਦੀ ਪਾਰਟੀ ਕਾਂਗਰਸ, ਤੀਸਰੇ ਤੇ ਅਕਾਲੀ ਦਲ, ਚੌਥੀ ਬੀਜੇਪੀ। ਬਿਲਕੁਲ, ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਸਰਵੇ ਤੁਹਾਨੂੰ ਕਰੀਬ 7 ਸਰਵੇ ਅਸੀਂ ਦਿਖਾਏ ਨੇ ਉਹਨਾਂ ਦਾ ਐਨਾਲਿਸਿਸ ਕਰ ਸਕੀਏ। ਬਿਲਕੁਲ, ਔਰ ਉਸ ਦਾ ਨਿਚੋੜ ਕੀ ਨਿਕਲਦਾ ਹੈ। ਮਹਾਪੋਲ ਦਾ ਮਤਲਬ ਇਹੀ ਹੈ ਕਿ ਸਾਰੇ ਪੋਲਸ ਨੂੰ ਅਸੀਂ ਇਕੱਠਾ ਕਰਕੇ ਤੁਹਾਡੇ ਸਾਹਮਣੇ ਇੱਕ ਫਿਗਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਜੇ ਸਾਰੇ ਪੋਲਸ ਨੂੰ ਸਟੱਡੀ ਕਰਕੇ ਸਮਝਿਆ ਜਾਵੇ ਤਾਂ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਸਕਦੀ ਹੈ। ਪੁਆਇੰਟ ਨੰਬਰ 1 ਕਿ ਮਹਾਪੋਲ ਇਹ ਕਹਿ ਰਿਹਾ ਹੈ ਕਿ ਸਭ ਤੋਂ ਵੱਡੀ ਪਾਰਟੀ ਤਾਂ ਆਮ ਆਦਮੀ ਪਾਰਟੀ ਹੋਏਗੀ। ਪੁਆਇੰਟ ਨੰਬਰ 2 ਜੋ ਹਾਕਮ ਤੇ ਇਸ ਸਮੇਂ ਕਾਂਗਰਸ ਹੈ ਉਸ ਨੂੰ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਉਹ ਸੱਤਾ ਤੋਂ ਦੂਰ ਹੁੰਦੀ ਹੋਈ ਇਹਨਾਂ ਸਰਵੇਸ ਦੇ ਵਿੱਚ ਨਜ਼ਰ ਆ ਰਹੀ ਹੈ। ਪੁਆਇੰਟ ਨੰਬਰ 3 ਜੋ ਅਸੀਂ ਜ਼ਿਕਰ ਕਰ ਰਹੇ ਹਾਂ ਉਹ ਇਹ ਹੈ ਕਿ ਅਕਾਲੀ ਦਲ ਦੀ ਸਥਿਤੀ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਕੁਝ ਜਦੋਂ ਇਸ ਵਾਰ ਦੇ ਇਲੈਕਸ਼ਨ ਨੇ ਸਰਵੇ ਕਹਿ ਰਹੇ ਨੇ ਕਿ ਕੋਈ ਜ਼ਿਆਦਾ
ਸੁਲਝਦੀ ਹੋਈ ਜਾਂ ਸੁਧਰਦੀ ਹੋਈ ਨਜ਼ਰ ਨਹੀਂ ਆ ਰਹੀ। ਔਰ ਬੀਜੇਪੀ ਦੇ ਲਈ ਪੰਜਾਬ ਦੇ ਵਿੱਚ ਕੀ ਕੁਝ ਹੈ ਫਿਲਹਾਲ ਤਾਂ ਇਸ ਜਿਹੜੇ ਸਰਵੇ ਦੱਸ ਰਹੇ ਨੇ ਪੋਲ ਗੌਰਵ ਆਪਣੇ ਸਾਹਮਣੇ ਨੇ। ਇਹਨਾਂ ਪੋਲ ਦਾ ਜ਼ਿਕਰ ਕਰੀਏ 38 ਤੋਂ 44 ਕਾਂਗਰਸ, ਬਿਲਕੁਲ 38 ਤੋਂ 44 ਕਾਂਗਰਸ ਦਾ ਮਤਲਬ ਹੈ ਇਸ ਵੇਲੇ ਕਾਂਗਰਸ ਦੇ ਕੋਲ 80 ਦੇ ਕਰੀਬ 80 ਸੀਟਾਂ ਨੇ। ਔਰ 80 ਤੋਂ ਜੇ ਕਾਂਗਰਸ 38 ਤੋਂ 44 ਆ ਰਹੀ ਹੈ ਯਾਨੀ ਅੱਧੀਆਂ ਸੀਟਾਂ ਉਹਨਾਂ ਦੀਆਂ 50% ਗਈਆਂ। ਸੋ ਇਸ ਲਿਹਾਜ਼ ਨਾਲ ਗੇਨ ਕਿਸ ਪਾਰਟੀ ਨੇ ਕੀਤਾ? ਗੇਨ ਕੀਤਾ ਆਮ ਆਦਮੀ ਪਾਰਟੀ ਨੇ, ਜੋ ਸਰਵੇਸ ਕਹਿ ਰਹੇ ਨੇ। ਆਪਾਂ ਸਰਵੇਸ ਦਾ ਨਿਚੋੜ ਦਿਖਾ ਰਹੇ ਹਾਂ। ਇਹ ਸਰਵੇਸ ਦਾ ਨਿਚੋੜ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਗੇਨ ਕੀਤਾ। ਕੱਲ ਨੂੰ ਇਸ ਦੇ ਵਿੱਚ ਕੀ ਬਦਲਾਵ ਹੁੰਦਾ ਹੈ, ਕਿਉਂਕਿ ਅਸਲੀ ਫੈਸਲਾ ਤਾਂ ਜਿਹੜਾ ਹੈਗਾ ਉਹ ਵੋਟਰਾਂ ਨੇ ਲੈਣਾ ਹੁੰਦਾ। ਸੋ ਉਸ ਦੇ ਵਿੱਚ ਕੀ ਬਦਲਾਵ ਹੋਏਗਾ, ਕਿਸ ਤਰੀਕੇ ਨਾਲ ਹੋਏਗਾ, ਕਿਉਂਕਿ ਲੀਡਰਾਂ ਨੂੰ ਜਦੋਂ ਪੁੱਛਿਆ ਜਾਂਦਾ ਉਹ ਤੇ ਨਕਾਰਦੇ ਨੇ ਇਹਨਾਂ ਚੀਜ਼ਾਂ ਨੂੰ। ਪਰ ਇਹ ਹੈ ਬੜਾ ਇੰਟਰਸਟਿੰਗ ਕਿ ਆਮ ਆਦਮੀ ਪਾਰਟੀ ਜਿਹੜੀ ਪਿਛਲੀ ਵਾਰ ਵੀ ਉਹਨਾਂ ਨੇ 100 ਸੀਟਾਂ ਦਾ ਦਾਅਵਾ ਕੀਤਾ ਸੀ, ਉਹਨਾਂ ਨੂੰ 20 ਸੀਟਾਂ ਆਈਆਂ। 2 ਸੀਟਾਂ ਬੈਂਸ ਬ੍ਰਦਰਸ ਦੇ ਨਾਲ ਉਹਨਾਂ ਦਾ ਗੱਠਜੋੜ ਸੀ, 22 ਸੀ। ਬਾਅਦ ਦੇ ਵਿੱਚ ਬੈਂਸ ਬ੍ਰਦਰਸ ਅੱਡ ਹੋ ਗਏ, 20 ਸੀਟਾਂ ਉਹਨਾਂ ਕੋਲੇ ਰਹਿ ਗਈਆਂ। 20 ਚੋਂ 10 ਐਮਐਲਏ ਛੱਡ ਕੇ ਚਲੇ ਗਏ। ਉਹ ਹੁਣ ਵੀ ਉਸ ਨਜ਼ਰੀਏ ਨਾਲ ਆਮ ਆਦਮੀ ਪਾਰਟੀ ਨੂੰ ਕਈ ਵਾਰ ਦੇਖਿਆ ਜਾਂਦਾ ਹੈ। ਲੋਕ ਕਈ ਵਾਰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਕਿ ਕੱਲ ਨੂੰ ਜੇ ਜਿੱਤ ਗਏ ਤਾਂ ਪਾਰਟੀ 'ਚ ਰਹਿਣਗੇ। ਇੱਕ ਸਵਾਲ ਪੁੱਛੇ ਜਾਂਦੇ ਉਹਨਾਂ ਤੋਂ ਬਹੁਤ ਵਾਰੀ ਇਸ ਤਰੀਕੇ ਦੇ। ਸੋ ਬੜੀ ਦਿਲਚਸਪ ਸਥਿਤੀ ਹੈ, ਪਰ ਕਾਂਗਰਸ ਇਸ ਦੇ ਵਿੱਚ ਕਾਫੀ ਲੂਜ਼ ਕਰਦੀ ਦਿਖਾਈ ਦੇ ਰਹੀ ਹੈ ਮੌਜੂਦਾ ਸੱਤਾਧਾਰੀ। ਇਨਫੈਕਟ ਅਕਾਲੀ ਦਲ ਦੀ ਸਥਿਤੀ ਦੇਖੀਏ ਮਹਾਪੋਲ ਦੇ ਵਿੱਚ ਤਾਂ ਨਿਕਲਦੀ ਹੈ 17 ਤੋਂ 21। ਜਿਹੜੀ ਪਾਰਟੀ 10 ਸਾਲ ਤੱਕ ਸੱਤਾ ਦੇ ਵਿੱਚ ਰਹੀ ਹੋਵੇ ਔਰ 17-21 ਦੇ ਵਿੱਚ ਹੀ ਉਲਝਦੀ ਹੋਈ ਨਜ਼ਰ ਆਵੇ ਔਰ 2017 ਦੇ ਵਿੱਚ ਵੀ 14-15 ਦੇ ਆਸ-ਪਾਸ ਹੀ ਰਹਿ ਗਈ ਸੀ, ਤਾਂ ਫਿਰ ਸਵਾਲ ਉੱਠਦਾ ਹੈ ਕਿ ਵਾਕਈ ਮੌਜੂਦਾ ਸਮੇਂ 'ਚ ਜ਼ਮੀਨੀ ਪੱਧਰ ਦੇ ਉੱਤੇ ਇਸ ਤਰੀਕੇ ਦੇ ਹਾਲਾਤ ਨੇ। ਪਰ ਵਿਜੇ ਇੱਥੇ ਇਹ ਵੀ ਚਰਚਾ ਕਰਨੀ ਜ਼ਰੂਰੀ ਹੈ ਕਿ ਅਕਾਲੀ ਦਲ ਦੀ ਕੈਂਪੇਨ ਅਸੀਂ ਦੇਖੀਏ ਪਿਛਲੇ 6-8 ਮਹੀਨਿਆਂ ਤੋਂ ਤਾਂ ਗਰਾਊਂਡ ਲੈਵਲ ਤੇ ਬਹੁਤ ਐਕਟਿਵ ਨਜ਼ਰ ਆਏ ਨੇ ਸੁਖਬੀਰ ਬਾਦਲ ਐਜ਼ ਕੰਪੇਅਰ ਟੂ ਅਦਰ ਪਾਰਟੀ। ਵਿਰੋਧ ਦੇ ਬਾਵਜੂਦ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਸਿੱਧਾ ਵਿਰੋਧ ਨਾਮ ਲੈ ਕੇ ਕੀਤਾ ਗਿਆ ਕਿ ਇਹ ਪਾਰਟੀ ਤੁਸੀਂ ਕੈਂਪੇਨ ਨਹੀਂ ਕਰ ਸਕਦੇ। ਵਿਰੋਧ ਹੋਇਆ, ਪ੍ਰਦਰਸ਼ਨ ਹੋਏ, ਲੜਾਈ ਝਗੜੇ ਤੱਕ ਹੋਏ, ਪਰ ਅਕਾਲੀ ਦਲ ਨੇ ਆਪਣੀ ਕੈਂਪੇਨ ਜਾਰੀ ਰੱਖੀ ਔਰ ਈਵਨ ਪ੍ਰੈਸ ਕਾਨਫਰੰਸਸ ਕੀਤੀਆਂ ਗਈਆਂ। ਜਿਹੜੇ ਲੋਕ ਵਿਰੋਧ ਕਰਦੇ ਸੀ ਜਾਂ ਜਿਹੜੇ ਕਿਸਾਨ ਵਿਰੋਧ ਕਰਦੇ ਸੀ ਉਹਨਾਂ ਦੇ ਅਗੇਂਸਟ ਵੀ। ਔਰ ਬਿਲਕੁਲ ਕਿਉਂਕਿ ਅਕਾਲੀ ਦਲ ਦੇ ਵੱਲੋਂ ਜਦੋਂ ਟਿਕਟਾਂ ਦੀ ਅਨਾਉਂਸਮੈਂਟ ਦੀ ਸ਼ੁਰੂਆਤ ਹੋਈ ਹੈ, ਇਹ ਵੀ ਬਹੁਤ ਇੰਟਰਸਟਿੰਗ ਹੈ ਕਿ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਜਿਸ ਹਲਕੇ 'ਚ ਜਾਂਦੇ ਸੀ ਰੈਲੀ ਕਰਦੇ, ਸ਼ੁਰੂਆਤ ਕੀਤੀ ਜਲਾਲਾਬਾਦ ਤੋਂ, ਖੁਦ ਦੀ ਟਿਕਟ ਅਨਾਉਂਸ ਕਰ ਦਿੱਤੀ। ਉਸ ਤੋਂ ਬਾਅਦ ਜਿੱਥੇ ਵੀ ਗਏ ਐਵੇਂ ਸ਼ੁਰੂਆਤ ਦੇ ਵਿੱਚ 8-10 ਟਿਕਟਾਂ ਉਹਨਾਂ ਨੇ ਇਸ ਤਰੀਕੇ ਨਾਲ ਹੀ ਵੰਡੀ। ਤਾਂ ਹੁਣ ਸਵਾਲ ਇਹੀ ਹੈ ਕਿ ਆਖਿਰ ਜੇ ਅਕਾਲੀ ਦਲ ਦੀ ਇਹ ਸਥਿਤੀ ਰਹਿੰਦੀ ਹੈ ਔਰ ਸਰਵੇ ਦੱਸ ਰਹੇ ਨੇ ਤਾਂ ਅਗਲੇ 25 ਦਿਨਾਂ 'ਚ ਅਕਾਲੀ ਦਲ ਅਜਿਹਾ ਕੀ ਕਰ ਲੇਗਾ ਕਿ ਇਹ ਪਲਟੀ ਵੱਜ ਜਾਏ ਔਰ ਸੱਤਾ ਦੇ ਵਿੱਚ ਆ ਜਾਣ। ਔਰ ਬੀਜੇਪੀ ਦਾ ਤਾਂ ਆਪਾਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਬੀਜੇਪੀ ਦੇ ਕੋਲ ਕੀ ਕੁਝ ਹੋਏਗਾ, ਉਹ ਇੱਕ ਵੱਡਾ ਸਵਾਲ। ਕਿਉਂਕਿ ਜਿਹੜੇ ਐਗਜ਼ਿਟ ਪੋਲ ਤੱਕ ਪਹੁੰਚਣ ਤੱਕ ਇਹ ਜਿਹੜੀਆਂ ਫਿਗਰਸ ਨੇ ਬਰਕਰਾਰ ਰਹਿੰਦੀਆਂ ਨੇ ਜਾਂ ਫਿਰ ਉਸ ਦੇ ਵਿੱਚ ਬਦਲਾਵ ਹੁੰਦਾ ਹੈ। ਸੋ ਗੌਰਵ ਇੱਥੇ ਇਹ ਸਾਰੇ ਅਸੀਂ ਨਿਚੋੜ ਦਿਖਾਇਆ ਜਿਹੜੇ ਵੱਖ-ਵੱਖ ਪੋਲਸ ਆਏ ਨੇ, ਵੱਖ-ਵੱਖ ਸਰਵੇ ਆਏ ਨੇ, ਵੱਖ-ਵੱਖ ਟੀਵੀ ਚੈਨਲਸ ਤੇ ਚੱਲੇ ਨੇ, ਉਹਨਾਂ ਦਾ ਅਸੀਂ ਇਹ ਨਿਚੋੜ ਦਿਖਾਇਆ ਕਿ ਐਵਰੇਜ ਜੇ ਕੱਢੀ ਜਾਵੇ ਤਾਂ ਉਸ ਤੋਂ ਬਾਅਦ ਇਹ ਨਿਚੋੜ ਬਣਦਾ ਹੈ ਕਿ ਵਾਕਿਆ ਹੀ ਇਸੇ ਤਰੀਕੇ ਨਾਲ ਵੋਟਾਂ ਤੋਂ ਬਾਅਦ ਨਤੀਜੇ ਵੀ ਆਉਂਦੇ ਨੇ ਜਾਂ ਫਿਰ ਇਹਦੇ 'ਚ ਬਦਲ ਜਾਂਦਾ। ਕਿਉਂਕਿ ਜਿਹੜੇ ਇਹ ਓਪੀਨੀਅਨ ਪੋਲਸ ਨੇ ਜਾਂ ਐਗਜ਼ਿਟ ਪੋਲਸ ਵੀ ਹੁੰਦੇ ਨੇ, ਕਈ ਵਾਰੀ ਉਹ ਸਟੀਕ ਰਹਿੰਦੇ ਨੇ ਔਰ ਕਈ ਵਾਰ ਉਹਨਾਂ ਦੇ ਵਿੱਚ ਬੜੇ ਹੈਰਾਨੀਜਨਕ ਬਦਲਾਵ ਵੀ ਨਜ਼ਰ ਆਉਂਦੇ ਨੇ। ਬਿਲਕੁਲ ਉਲਟ ਵੀ ਹੋ ਜਾਂਦੇ। ਸੋ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਕਿਸ ਲਿਹਾਜ਼ ਨਾਲ ਲੈ ਰਹੇ ਨੇ ਇਹਨਾਂ ਪੋਲਸ ਨੂੰ, ਇਹਨਾਂ ਸਰਵੇਜ਼ ਨੂੰ। ਇੱਕ ਵਾਰੀ ਰਿਐਕਸ਼ਨ ਸੁਣ ਲੈਂਦੇ ਆ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੇ। ਸਰਵੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? 35 ਤੋਂ 40 ਸੀਟਾਂ ਕਾਂਗਰਸ ਦੀਆਂ ਔਰ ਆਮ ਆਦਮੀ ਪਾਰਟੀ ਦੀਆਂ ਦਿੱਤੀਆਂ ਜਾ ਰਹੀਆਂ। ਇਹ ਦੇਖੋ ਪਹਿਲਾਂ ਅਜੇ ਤਾਂ ਐਤਕੀ ਤਾਂ 35-40 ਦੇ ਰਹੇ ਆਮ ਆਦਮੀ ਨੂੰ, ਪਿਛਲੀ ਵਾਰੀ 100 ਦੇ ਰਹੇ ਸੀ। ਉਹ ਵੀ ਤਾਂ ਇਹਨਾਂ ਦਾ ਹੀ ਸਰਵੇ ਸੀ ਸਰਵੇ। ਪਿਛਲੀ ਵਾਰੀ ਸਾਰੇ ਪਿੰਡਾਂ ਵਿੱਚ ਵੋਟ ਚਪਕਾ ਤੇ 100 ਸੀਟਾਂ ਆ ਰਹੀਆਂ ਆਮ ਆਦਮੀ ਨੂੰ। ਕਿਹੜਾ ਝਾੜ ਆਇਆ? ਫਸਲ ਬਥੇਰੀ, ਕੁਝ ਨਹੀਂ ਆਣਾ ਇਹਨਾਂ ਪਾਸ। ਸਰ ਇੱਕ ਨਾਲ ਦੇਖ ਰਹੇ ਹੋ। ਦੇਖੋ ਪੰਕਜ ਜੀ, ਮੈਨੂੰ ਪਿਛਲੀ ਟਰਮ ਦੇ ਸਰਵੇ ਦਾ ਪਤਾ ਹੈ। ਜਦੋਂ ਅਖੀਰਲੇ ਦਿਨ ਸੀ ਸਰਵੇ ਆਇਆ ਸੀ ਜਿੱਥੇ ਆਪ ਦੀ 100 ਸੀਟ ਸੀ ਤੇ ਜਿੱਦਾਂ ਰਿਜ਼ਲਟ ਆਇਆ 20 ਤੇ ਆ ਗਏ। ਦੇਖੋ ਆਪ ਦੇ ਕੋਲ ਕਾਡਰ ਹੈ ਨਹੀਂ। ਕਾਡਰ ਹੈ ਪੰਜਾਬ ਦੇ ਵਿੱਚ ਜਾਂ ਕਾਂਗਰਸ ਕੋ ਜਾਂ ਅਕਾਲੀ ਦਲ। ਜਿਹੜੀ ਇੱਕ ਬਦਲ ਵਾਲੀ ਵੋਟ ਹੈ ਕਿ ਨਵੇਂ ਨੂੰ ਮੌਕਾ ਦਿਓ, ਉਹ ਉੱਥੇ ਹੋਏਗਾ ਜਿੱਥੇ ਕਾਂਗਰਸ ਦਾ ਕੈਂਡੀਡੇਟ ਜਾਂ ਅਕਾਲੀ ਦਲ ਦੇ ਕੈਂਡੀਡੇਟ ਦੀ ਲੋਕਾਂ ਵਿੱਚ ਲੋਕਪ੍ਰਿਯਤਾ ਹੈ ਨਹੀਂ। ਉੱਥੇ ਹੋ ਸਕਦਾ ਆਪ ਨੂੰ ਐਡਵਾਂਟੇਜ ਚਲਾ ਜਾਏ। ਜਿੱਥੇ ਦੋਨਾਂ ਚੋਂ ਇੱਕ ਬੰਦਾ ਕਾਰਗਰ ਹੈ, ਉਹਦੀ ਲੋਕਾਂ ਵਿੱਚ ਗੱਲ ਹੈ, ਉੱਥੇ ਆਪ ਨੂੰ ਪੈਨੀਟ੍ਰੇਟ ਕਰਨਾ ਡਿਫਿਕਲਟ ਹੋ ਜਾਏਗਾ। तो मैं समझना ट्रेडिशनल पार्टीज का ये जिहड़ा सर्वे है, सर्वे तो बहुत निकलने। देखो पहली गल तो जिहड़े सर्वे आ रहे हैं ना, वो इस वेले उन्हां ते असीं डिपेंड नहीं कर सकते। उसका कारण कि ਜਦੋਂ तक पूरे कैंडिडेट नहीं आ जाते, बीजेपी के अजे तक उम्मीदवार नहीं आए। उम्मीदवार आउणगे उस तो बाद ही उहदा अंकलन ठीक हो सकदा सर्वे का भी।
ਨਹੀਂ ਤਾਂ ਉਹ ਬਿਲਕੁਲ ਠੀਕ ਨਹੀਂ ਹੋਏਗਾ, ਕਿਉਂਕਿ ਕੋਈ ਉਮੀਦਵਾਰ ਆਪਣਾ ਆਧਾਰ ਇੰਨਾ ਰੱਖਦਾ ਕਿ ਉਹ 10,000 ਵੋਟ ਆਪਦੀਆਂ ਲੈ ਕੇ ਚੱਲਦਾ, ਕੋਈ ਉਮੀਦਵਾਰ ਆ ਉਹਦੇ ਕੋਲੇ 5,000 ਵੀ ਨਹੀਂ ਹੁੰਦੀ, ਤੇ ਉਸ ਹਿਸਾਬ ਨਾਲ ਹੀ ਤਾਂ ਦੇਖਿਆ ਜਾਏਗਾ ਕਿ ਉਹ ਕਿੰਨੀਆਂ ਵੋਟਾਂ ਲੈ ਸਕਦਾ। ਇਹ ਕਹਿਣਾ ਬੜਾ ਸੌਖਾ ਹੈ। ਸਰਵੇ ਦੇ ਪਿਛਲੀ ਵਾਰ ਵੀ ਉਹਨਾਂ ਨੂੰ ਜਿਤਾਉਂਦੇ ਸੀ, ਸਰਵੇ ਦੇ ਉਹਨਾਂ ਨੂੰ ਪਿਛਲੀ ਵਾਰ ਵੀ 70 ਸੀਟਾਂ ਦਿੰਦਾ ਸੀ ਸਰਵੇ। ਸੋ ਸਰਵੇ ਜਿਹੜੇ ਨੇ ਉਹ ਆਪਣੀ ਜਗ੍ਹਾ ਆ। ਸੋ ਟਾਈਮ ਆਉਣ ਵਾਲਾ, ਤੁਸੀਂ ਵੇਖਣਾ ਜਦੋਂ ਰਿਜ਼ਲਟ ਆਉਣੇ ਨੇ। ਪਿਛਲੀ ਵਾਰ ਵੀ ਸਾਨੂੰ ਪੂਰੀ ਮੈਜੋਰਟੀ ਮਿਲੀ ਸੀ, ਹੁਣ ਵੀ ਪੂਰੀ ਮੈਜੋਰਟੀ ਮਿਲਣੀ ਆ ਕਾਂਗਰਸ ਪਾਰਟੀ ਨੂੰ। ਤਾਂ ਨਿਊਜ਼ 18 ਦੇ ਇਸ ਮਹਾਪੋਲ ਦੇ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਪ੍ਰਤੀਕਰਮ ਵੀ ਸੁਣ ਰਹੇ ਹਾਂ। ਬੜੇ ਦਿਲਚਸਪ ਗੌਰਵ ਪ੍ਰਤੀਕਰਮ ਆ ਰਹੇ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਗੱਲ ਕਹੀ ਕਿ ਕੈਡਰ ਵੋਟ ਕਾਂਗਰਸ ਪਾਰਟੀ ਆ ਅਕਾਲੀ ਦਲ ਦੇ ਕੋਲ ਕੈਡਰ ਵੋਟ ਹੈ, ਔਰ ਕੈਡਰ ਵੋਟ ਜਿੱਥੇ ਦੋਨਾਂ ਦੇ ਕੈਂਡੀਡੇਟਾਂ ਦੀ ਕੋਈ ਆਧਾਰ ਨਹੀਂ ਹੈ ਜਾਂ ਉਹਨਾਂ ਦਾ ਪ੍ਰਭਾਵ ਨਹੀਂ ਹੈ, ਉੱਥੇ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਵਾਧਾ ਮਿਲ ਸਕਦਾ। ਪਰ ਇਸ ਤਰੀਕੇ ਨਾਲ ਜਿਹੜਾ ਹੈ ਇਹ ਤਰਕ ਦਿੱਤਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਵੱਲੋਂ। ਇੰਟਰਸਟਿੰਗ ਵੀ ਹੈ ਔਰ ਵੈਲਿਡ ਵੀ ਹੈ। ਤੁਸੀਂ ਇਹ ਦੇਖੋ ਕਿ ਵੋਟ ਬੈਂਕ ਤਾਂ ਅਕਾਲੀ ਦਲ ਦਾ 2017 ਦੇ ਵਿੱਚ ਵੀ ਬਹੁਤ ਜ਼ਿਆਦਾ ਨਹੀਂ ਟੁੱਟਿਆ ਸੀ। ਵੋਟਾਂ ਤਾਂ ਪਈਆਂ ਹੀ, ਸੀਟਾਂ ਨਹੀਂ ਆਈਆਂ, ਉਹ ਇੱਕ ਅਲੱਗ ਗੱਲ ਹੈ। ਔਰ ਬੀਜੇਪੀ ਦਾ ਬਾਕੀ ਕੈਡਰ ਨਹੀਂ ਹੋਏਗਾ, ਕਿਉਂਕਿ ਬੀਜੇਪੀ ਨੂੰ ਸਪੋਰਟ ਇੱਕ ਤਰੀਕੇ ਨਾਲ ਆਰਐਸਐਸ ਦੀ ਵੀ ਰਹਿੰਦੀ ਹੈ, ਉਹ ਵੀ ਇੱਕ ਕਾਡਰ ਉਹਨਾਂ ਦਾ ਹੋਏਗਾ। ਪਰ ਕਾਂਗਰਸ ਔਰ ਜੇ ਅਕਾਲੀ ਦਲ ਦਾ ਕਾਡਰ ਇੰਨਾ ਜ਼ਿਆਦਾ ਮਜ਼ਬੂਤ ਹੈ ਤਾਂ ਕਿ ਉਹ ਵਾਕਈ ਖੁਦ ਵੋਟ 'ਚ ਕਨਵਰਟ ਹੋ ਸਕੇਗਾ। ਔਰ ਦੂਜਾ ਪੁਆਇੰਟ, ਉਹ ਆਪਣੇ ਨਾਲ ਕਿੰਨੀਆਂ ਵੋਟਾਂ ਲੈ ਕੇ ਆਉਂਦਾ ਹੈ। ਜੇ ਹੁਣ ਮੈਂ ਇੱਕ ਪਿੰਡ ਦੇ ਵਿੱਚ ਗੱਲ ਕਰਾਂ ਕਿ ਅਕਾਲੀ ਦਲ ਦੇ ਕਾਡਰ ਦੇ 100 ਲੋਕ ਵੀ ਹੈਗੇ ਨੇ ਔਰ ਪਿੰਡ ਦੇ ਵਿੱਚ ਵੋਟ ਹੈਗੀ ਹੈ 2000, ਤਾਂ ਉਹ 100 ਲੋਕ ਕਿੰਨੇ ਕਨਵਰਟ ਕਰਵਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਔਰ ਕਿਸ ਤਰੀਕੇ ਨਾਲ ਉਹ ਕੰਮ ਕਰਦੇ ਪਰ ਇਹ ਦਾਅਵੇ ਪਿਛਲੇ ਟਾਈਮ ਦੇ ਵਿੱਚ ਵੀ ਗੌਰਵ ਅੱਜ ਵੀ ਇਹ ਦਾਅਵੇ ਜ਼ਰੂਰ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਇਹ ਦਾਅਵਾ ਠੋਕ ਕੇ ਕੀਤਾ ਜਾਂਦਾ ਹੈ ਕਿ ਦੋਨਾਂ ਪਾਰਟੀਆਂ ਦਾ ਕੈਡਰ ਟੁੱਟ ਕੇ ਸਾਡੇ ਵੱਲ ਆਇਆ, ਇਸ ਕਰਕੇ ਅਸੀਂ ਮਜ਼ਬੂਤ ਹੋਏ ਹਾਂ। ਹੁਣ ਉਹ ਕਿੰਨਾ ਕੈਡਰ ਆਇਆ ਜਾਂ ਕਿਸ ਤਰੀਕੇ ਨਾਲ ਉਹ ਵੋਟਾਂ ਦੇ ਵਿੱਚ ਕਨਵਰਟ ਹੁੰਦਾ ਹੈ, ਇਹ ਬੜਾ ਦਿਲਚਸਪ ਹੋਏਗਾ। ਬਿਲਕੁਲ ਤੁਹਾਨੂੰ ਸੁਣਵਾਉਂਦੇ ਹਾਂ, ਕਿਉਂਕਿ ਆਮ ਆਦਮੀ ਪਾਰਟੀ ਨੂੰ ਤਕਰੀਬਨ ਹਰ ਸਰਵੇ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਦੱਸਿਆ ਜਾ ਰਿਹਾ ਹੈ। ਇਨਫੈਕਟ ਕੁਝ ਸਰਵੇ ਦੇ ਵਿੱਚ ਤਾਂ ਮੈਜੋਰਟੀ ਵੀ ਮਿਲਦੀ ਹੋਈ ਆਮ ਆਦਮੀ ਪਾਰਟੀ ਨੂੰ ਨਜ਼ਰ ਆ ਰਹੀ ਹੈ। ਤਾਂ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਬਾਗੋ ਬਾਗ ਹੋਏਗੀ। ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ ਕੁਲਤਾਰ ਸੰਧਵਾ। ਨਵੇਂ ਓਪੀਨੀਅਨ ਪੋਲ ਆਉਂਦੇ ਆ। ਓਪੀਨੀਅਨ ਪੋਲ ਠੀਕ ਹੈ, ਕੁਝ ਇੱਕ ਆਈ ਓਪਨਰ ਹੁੰਦਾ, ਪਰ ਇਹਨਾਂ ਦੇ ਵਿੱਚ ਭਰੋਸੇਯੋਗਤਾ ਇਹਨਾਂ ਦੀ ਬਹੁਤੀ ਜ਼ਿਆਦਾ ਨਹੀਂ ਹੈ, ਕਿਉਂਕਿ ਪਿਛਲੀ ਵਾਰੀ 100 ਸੀਟ ਦੱਸਦੇ ਸੀ ਤੇ ਸਾਡੀਆਂ 20 ਰਹਿ ਗਈਆਂ ਸੀ। ਉਦੋਂ ਅੰਡਰ ਕਰੰਟ ਹੈ ਨਹੀਂ ਸੀ, ਰੌਲਾ ਚੱਲਦਾ ਸੀ। ਇਸ ਵਾਰ ਅੰਡਰ ਕਰੰਟ ਹੈ। ਜੇ 10 ਲੋਕਾਂ ਨੂੰ ਵੀ ਪੁੱਛਦੇ ਆ ਤੇ 10 ਚੋਂ 8 ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਗੱਲ ਕਰਦੇ ਆ। ਉਹ ਇਹ ਕਹਿੰਦੇ ਵੀ ਅਸੀਂ ਪਹਿਲਾਂ ਬਾਦਲਾਂ ਨੂੰ ਪਾਉਂਦੇ ਰਹੇ ਆ, ਉਹ ਇਹ ਕਹਿੰਦੇ ਪਹਿਲਾਂ ਅਸੀਂ ਕਾਂਗਰਸੀਆਂ ਨੂੰ ਪਾਉਂਦੇ ਰਹੇ ਆ, ਪਰ ਇਸ ਵਾਰ ਅਸੀਂ ਬਦਲ ਕੇ ਵੇਖਣਾ ਹੈ ਵੀ ਜਿਹੜਾ ਦਿੱਲੀ ਦੇ ਵਿੱਚ ਫਰਕ ਪਿਆ ਉਹ ਪੰਜਾਬ ਦੇ ਵਿੱਚ ਪਾ ਕੇ ਵੇਖਣਾ। ਜੇ ਨਾ ਪਿਆ ਤਾਂ ਵੀ ਫੇਰ ਵਾਪਸ ਆ ਜਾਾਂਗੇ। ਤਾਂ ਨਿਊਜ਼ 18 ਤੇ ਅਸੀਂ ਮਹਾਪੋਲ ਦਿਖਾਇਆ, ਪੋਲਸ ਦਾ ਮਹਾਪੋਲ, ਯਾਨੀ ਜਿਹੜੇ ਵੱਖ-ਵੱਖ ਏਜੰਸੀਆਂ ਵੱਲੋਂ ਵੱਖ-ਵੱਖ ਨਿਊਜ਼ ਚੈਨਲਸ ਵੱਲੋਂ ਪੋਲਸ ਕੀਤੇ ਗਏ ਨੇ, ਓਪੀਨੀਅਨ ਪੋਲਸ ਕੀਤੇ ਗਏ ਨੇ, ਉਸ ਦੇ ਵਿੱਚ ਕੀ ਤਸਵੀਰ ਨਿਕਲ ਕੇ ਆਉਂਦੀ ਹੈ। ਉਹਨਾਂ ਪੋਲਸ ਨੂੰ ਐਨਾਲਿਸਿਸ ਕਰਨ ਤੋਂ ਬਾਅਦ ਅਸੀਂ ਇੱਕ ਉਸ ਦਾ ਨਿਚੋੜ ਜਿਹੜਾ ਹੈ ਜਾਂ ਇੱਕ ਮੋਟਾ ਜਿਹਾ ਆંકੜਾ ਜਿਹੜਾ ਹੈ ਇਹਨਾਂ ਸਾਰੇ ਪੋਲਸ ਨੂੰ ਦੇਖਣ ਤੋਂ ਬਾਅਦ ਸਾਹਮਣੇ ਆਉਂਦਾ ਹੈ, ਉਸ ਤੇ ਚਰਚਾ ਕੀਤੀ ਹੈ, ਉਸ ਦੇ ਆંકੜੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ। ਬਿਲਕੁਲ, ਤੇ 2017 ਦੀਆਂ ਚੋਣਾਂ ਤੋਂ ਬਾਅਦ ਹੁਣ 2022 ਦੇ ਨਤੀਜਿਆਂ ਦਾ ਤਾਂ ਲਾਜ਼ਮੀ ਤੌਰ ਤੇ ਪਹਿਲਾਂ VOTING ਦਾ ਫਿਰ ਨਤੀਜਿਆਂ ਦਾ ਇੰਤਜ਼ਾਰ ਰਹੇਗਾ। ਪਰ ਵਿਜੇ ਇੱਥੇ ਇੱਕ ਇਹ ਵੀ ਚੀਜ਼ ਹੈ ਕਿ ਇਸ ਵਾਰ ਨਜ਼ਰ ਬਹੁਤ ਜ਼ਿਆਦਾ ਹੈ ਜਿਹੜੀ ਸਾਇਲੈਂਟ ਵੋਟ ਕਹੀ ਜਾਂਦੀ ਹੈ, ਜਿਹੜੇ ਨਹੀਂ ਜ਼ਿਆਦਾ ਗੱਲ ਕਰਦੇ, ਜੋ ਸਿੱਧੇ ਤੌਰ ਤੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਰੈਲੀਆਂ 'ਚ ਨਹੀਂ ਜਾਂਦੇ, ਜਿਹੜੇ ਬਾਹਰ ਆ ਕੇ ਨਹੀਂ ਕਹਿੰਦੇ ਕਿ ਅਸੀਂ ਫਲਾਣੇ ਨੂੰ ਵੋਟ ਕਰਿਆ ਹੈ, ਪਰ ਉਹੀ ਗੇਮ ਚੇਂਜਰ ਹੁੰਦੇ ਨੇ। ਆਬਵੀਅਸ ਹੈ ਕਿ ਜਦੋਂ ਸਾਇਲੈਂਟ ਵੋਟਰ ਇੱਕ ਪਾਸੇ ਚਲਾ ਜਾਂਦਾ, ਇਸ ਚੀਜ਼ ਨੂੰ ਅੰਡਰ ਕਰੰਟ ਦਾ ਨਾਮ ਵੀ ਦਿੱਤਾ ਜਾਂਦਾ। ਕੁਲਤਾਰ ਸੰਧਵਾ ਕਹਿ ਰਹੇ ਸੀ ਕਿ ਅੰਡਰ ਕਰੰਟ ਆਮ ਆਦਮੀ ਪਾਰਟੀ, ਅੰਡਰ ਕਰੰਟ ਦਾ ਨਾਮ ਦਿੱਤਾ ਜਾਂਦਾ। ਸੋ ਸਾਰੀਆਂ ਪਾਰਟੀਆਂ ਦਾਅਵਾ ਕਰਦੀਆਂ ਨੇ ਕਿ ਅੰਡਰ ਕਰੰਟ ਉਹਨਾਂ ਦਾ, ਪਰ ਆਮ ਆਦਮੀ ਪਾਰਟੀ ਨੇ ਸਭ ਤੋਂ ਜ਼ਿਆਦਾ ਦਾਅਵੇ ਅੰਡਰ ਕਰੰਟ ਨੂੰ ਲੈ ਕੇ ਕੀਤੇ ਨੇ, ਖਾਸ ਤੌਰ ਤੇ ਜਦੋਂ ਚੰਡੀਗੜ੍ਹ ਦੇ ਵਿੱਚ ਨਤੀਜੇ ਆਏ ਸੀ ਉਸ ਤੋਂ ਬਾਅਦ ਇਹ ਚੀਜ਼ ਜ਼ਿਆਦਾ ਚਰਚਾ ਦੇ ਵਿੱਚ ਹੈ। ਬਿਲਕੁਲ, 35 ਦੇ ਵਿੱਚੋਂ 14 ਕਾਉਂਸਲਰਸ ਜਿੱਤੇ ਸੀ, ਕਾਉਂਸਲਰ ਬਣੇ ਸੀ ਆਮ ਆਦਮੀ ਪਾਰਟੀ ਦੇ, ਹਾਲਾਂਕਿ ਮੇਅਰ ਨਹੀਂ ਬਣ ਸਕਿਆ ਸੀ। ਖੈਰ, ਪੋਲਸ ਦਾ ਮਹਾਪੋਲ ਸਾਡੀ ਇਹ ਮਹਾ ਕਵਰੇਜ ਲਗਾਤਾਰ ਜਾਰੀ ਰਹੇਗੀ। ਅਸੀਂ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ। ਬ੍ਰੇਕ ਦੇ ਉਸ ਪਾਰ ਵੀ ਇਸ ਚਰਚਾ ਨੂੰ ਜਾਰੀ ਰੱਖਾਂਗੇ, ਕੋਸ਼ਿਸ਼ ਕਰਾਂਗੇ ਕਿ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਨੂੰ ਨਾਲ ਜੋੜੀਏ ਤੇ ਉਹਨਾਂ ਤੋਂ ਸਵਾਲ ਕਰੀਏ ਕਿ ਹੁਣ ਸਰਵੇਜ਼ ਨੂੰ ਲੈ ਕੇ ਤੁਸੀਂ ਕੀ ਕਹਿ ਰਹੇ ਹੋ। ਰੁਕ ਰਹੇ ਇੱਕ ਨਿੱਕੇ ਜਿਹੇ ਬ੍ਰੇਕ ਦੇ ਲਈ।